ਧਰਨੀ ਲਾਲਰ ਦਿਖਰਾਵੋ, ਬਨੋ ਤੁਰਕ ਸਭ ਹੂੰ ਸੁਖ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਅਮੋਲਕ ਗੁਰਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਜੀ ਪਟਨਾ ਸਾਹਿਬ ਤੋਂ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ। ਇੱਥੋਂ ਮਹਾਰਾਜ ਜੀਆਂ ਨੇ ਚਿੱਠੀ ਲਿਖੀ ਹੈ ਆਪਣੇ ਪੁੱਤਰ ਧੰਨ ਸ੍ਰੀ ਗੋਬਿੰਦ ਰਾਏ ਸਾਹਿਬ ਜੀਆਂ ਨੂੰ ਕਿ ਤੁਸੀਂ ਪਟਨਾ ਸਾਹਿਬ ਤੋਂ ਚੱਲ ਕੇ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਆਉਣਾ ਕਰੋ। ਇੱਧਰੋਂ ਕਹਿੰਦੇ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਹੋਇਆ ਬਾਦਸ਼ਾਹ ਔਰੰਗਜ਼ੇਬ ਇਹ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਕਰਨਾ ਚਾਹੁੰਦਾ। ਇਹਨੇ ਵੱਖ-ਵੱਖ ਸੂਬਿਆਂ ਨੂੰ, ਮੰਤਰੀਆਂ ਨੂੰ, ਵਜ਼ੀਰਾਂ ਨੂੰ ਚਿੱਠੀਆਂ ਪਾਈਆਂ ਕਿ ਸਾਰੇ ਲੋਕਾਂ ਨੂੰ ਕਿਵੇਂ ਨਾ ਕਿਵੇਂ ਮੁਸਲਮਾਨ ਬਣਾਓ। ਇਸੇ ਲੜੀ ਦੇ ਤਹਿਤ ਕਸ਼ਮੀਰ ਦਾ ਸੂਬੇਦਾਰ, ਨਾਮ ਹੈ ਸ਼ੇਰ ਅਫਗਾਨ, ਇਹ ਕਸ਼ਮੀਰ ਦਾ ਸੂਬੇਦਾਰ ਸੀ। ਔਰੰਗਜ਼ੇਬ ਨੇ ਇਸ ਨੂੰ ਵੀ ਇੱਕ ਚਿੱਠੀ ਪਾਈ ਹੈ। ਚਿੱਠੀ ਵਿੱਚ ਲਿਖਿਆ ਕਿ ਆਪਣੇ ਇਲਾਕੇ ਦੇ ਲੋਕਾਂ ਨੂੰ ਜ਼ਬਰਦਸਤੀ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਮੁਸਲਮਾਨ ਬਣਾਓ। ਇਹ ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰਦੇ ਆ ਰਹੇ। ਅੱਗੇ ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ, ਆਓ ਬੜੀ ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੰਕ ਦੇਸ਼ ਧਨ ਹਾਕਮ ਲੇਤ। ਸੋ ਕਹਿਣ ਲੱਗੇ ਰੰਕ ਦੇਸ਼, ਦੇਸ਼ ਦੇ ਵਿੱਚੋਂ ਜਿਹੜੇ ਹਾਕਮ ਸਨ, ਸੂਬੇਦਾਰ ਸਨ, ਵਜ਼ੀਰ ਸਨ ਬਾਦਸ਼ਾਹ ਔਰੰਗਜ਼ੇਬ ਦੇ, ਔਰੰਗਜ਼ੇਬ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਆਪਣੇ ਦੇਸ਼ ਦੇ ਵਿੱਚੋਂ ਆਪਣੀ ਪ੍ਰਜਾ ਦੇ ਕੋਲੋਂ ਧਨ ਲੈ ਕੇ ਤੇ ਆਪਣੇ ਕੋਲ ਰੱਖਣਾ ਕਰੋ। ਦਾਰਦ ਸਾਰੀ ਪ੍ਰਜਾ ਨਿਕੇਤ। ਅਤੇ ਕੰਗਾਲਤਾ ਹੈ ਸਾਰੀ ਪ੍ਰਜਾ ਦੇ ਘਰ ਵਿੱਚ। ਜਿੰਨੀ ਪ੍ਰਜਾ ਹੈ ਨਾ ਹਿੰਦੁਸਤਾਨ ਦੇ ਲੋਕ, ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੀ ਵੀ ਸਾਰਿਆਂ ਦੇ ਕੋਲੋਂ ਮਾਇਆ ਲੈ ਲਓ ਟੈਕਸ ਦੇ ਰੂਪ ਦੇ ਵਿੱਚ। ਕਿਵੇਂ ਨਾ ਕਿਵੇਂ ਕਰ ਲਾ ਕੇ, ਟੈਕਸ ਲਾ ਕੇ ਇਹਨਾਂ ਦੇ ਕੋਲੋਂ ਮਾਇਆ ਤੁਸੀਂ ਆਪਣੇ ਕੋਲ ਲੈ ਕੇ ਰੱਖ ਲਵੋ। ਹੁਣ ਬਾਦਸ਼ਾਹ ਦੇ ਇਸ ਫਰਮਾਨ ਦੇ ਨਾਲ ਦੇਸ਼ ਗਰੀਬ ਹੋਣਾ ਸ਼ੁਰੂ ਹੋ ਗਿਆ। ਲੋਕਾਂ ਦੇ ਪੈਸੇ ਜਿਹੜੇ ਨੇ ਉਹ ਸਮੇਂ ਦਾ ਹਾਕਮ ਕਿਸੇ ਨਾ ਕਿਸੇ ਬਹਾਨੇ ਵਿੱਚ ਲੈ ਲੈਂਦਾ ਹੈ। ਪਠਿਓ ਸ਼ਾਹੋ ਕੋ ਜਪ ਪਰਵਾਨੋ। ਇਹ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਆਈ ਹੈ, ਸ਼ਾਹੀ ਫਰਮਾਨ ਆਇਆ ਸਾਰੇ ਸੂਬੇਦਾਰਾਂ ਦੇ ਉੱਪਰ, ਸਾਰੇ ਵਜ਼ੀਰਾਂ ਦੇ ਉੱਪਰ। ਤੇ ਜਦੋਂ ਉਹ ਚਿੱਠੀ ਆ ਕੇ ਇੱਥੇ ਕਸ਼ਮੀਰ ਦੇ ਸੂਬੇਦਾਰ ਨੂੰ ਪਹੁੰਚੀ ਹੈ ਨਾ, ਸ਼ੇਰ ਅਫਗਾਨ ਨੂੰ, ਤੇ ਬਾਦਸ਼ਾਹ ਦਾ ਵੇਖ ਕੇ ਉਸ ਵੇਲੇ ਚਿੱਠੀ ਵੇਖ ਕੇ ਕਰੋ ਤੁਰ ਕੇ ਦੋਸ਼ ਮਹਾਨ। ਤੇ ਉਸ ਵੇਲੇ ਇਹ ਦੇਸ਼ ਬਾਦਸ਼ਾਹ ਨੇ ਆਖਿਆ ਕਸ਼ਮੀਰ ਦੇ ਵਿੱਚ ਕਾਫੀ ਬ੍ਰਾਹਮਣ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਹੋਰ ਵੀ ਜਾਤਾਂ ਧਰਮਾਂ ਦੇ ਲੋਕ ਰਹਿੰਦੇ ਨੇ, ਜਿਵੇਂ ਕਿਵੇਂ ਕਰਕੇ ਇਹਨਾਂ ਨੂੰ ਮੁਸਲਮਾਨ ਬਣਾਓ। ਇਹ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਦਿੱਤਾ ਹੈ। ਧਨ ਧਰਨੀ ਲਾਲਚ ਦਿਖਰਾਵੋ। ਬਾਦਸ਼ਾਹ ਨੇ 3 ਤਰੀਕੇ ਦੱਸੇ ਨੇ। ਸਾਰਿਆਂ ਤੋਂ ਪਹਿਲਾਂ ਜਿਹਨੂੰ ਦੂਜੇ ਧਰਮ 'ਚੋਂ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ, ਉਹਨੂੰ ਧਨ ਦਾ ਲਾਲਚ ਦਿਓ ਵੀ ਤੈਨੂੰ ਦੱਸ ਮਾਇਆ ਕਿੰਨੀ ਚਾਹੀਦੀ ਹੈ। ਹੁਣ ਇੱਕ ਬੰਦਾ ਗਰੀਬੀ ਦੇ ਨਾਲ ਲੜਦਾ ਪਿਆ, ਖਾਣ ਵਾਸਤੇ ਘਰੇ ਦਾਣੇ ਨਹੀਂ, ਪਦਾਰਥ ਨਹੀਂ। ਉਸ ਬੰਦੇ ਨੂੰ ਹੁਣ ਇਹ ਗੱਲ ਕਹੀ ਜਾਵੇਗੀ ਗਰੀਬ ਨੂੰ ਵੀ ਤੈਨੂੰ ਅਸੀਂ ਮਾਇਆ ਦਿੰਦੇ ਹਾਂ, ਪਰ ਤੂੰ ਆਪਣਾ ਧਰਮ ਛੱਡ ਕੇ ਤੇ ਸਾਡੇ ਧਰਮ ਦੇ ਵਿੱਚ ਆ ਜਾ। ਪਹਿਲਾ ਲਾਲਚ ਧਨ ਦੇਣ ਦਾ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ। ਦੂਜੀ ਗੱਲ ਇਹ ਹੈ ਧਰਨੀ, ਧਰਨੀ ਤੋਂ ਭਾਵ ਧਰਤੀ। ਜੇ ਕਿਸੇ ਨੂੰ ਜਗੀਰ ਚਾਹੀਦੀ ਹੈ ਤੇ ਉਹਨੂੰ ਪੁੱਛੋ ਵੀ ਜਗੀਰ ਕਿੰਨੀ ਚਾਹੀਦੀ ਹੈ, ਅਸੀਂ ਮੁਰੱਬਿਆਂ ਦੇ ਮੁਰੱਬੇ ਜ਼ਮੀਨ ਉਹਨੂੰ ਦੇਵਾਂਗੇ ਉਹਦੇ ਕੰਮ ਵਾਸਤੇ, ਉਹਦੀ ਖੇਤੀ ਵਾਸਤੇ। ਜੇ ਕੋਈ ਜ਼ਮੀਨ ਜਾਂ ਜਗੀਰ ਲੈ ਕੇ ਆਉਣਾ ਚਾਹੁੰਦਾ ਸਾਡੇ ਧਰਮ ਦੇ ਵਿੱਚ, ਉਹ ਵੀ ਆ ਸਕਦਾ ਹੈ। ਇਹ 2 ਵੱਡੇ ਲਾਲਚ ਨੇ, ਮਾਇਆ ਚਾਹੀਦੀ ਹੈ, ਧਨ ਚਾਹੀਦਾ ਤੇ ਉਹ ਵੀ ਦੇ ਦਿਓ। ਦੂਜੀ ਗੱਲ ਹੈ ਜੇ ਧਰਤੀ ਜ਼ਮੀਨ ਚਾਹੀਦੀ ਹੈ ਤੇ ਉਹ ਵੀ ਦੇ ਦਿਓ। ਇਹ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ ਹੈ। ਮਨੋ ਤੁਰਕ ਸਭ ਹੂੰ ਸੁਖ ਪਾਵੋ। ਸਾਰਿਆਂ ਨੂੰ ਇਸ ਤਰ੍ਹਾਂ
ਫਿਰ ਮੁਸਲਮਾਨ ਬਣਾਓ। ਨਾਲ ਇਹ ਪ੍ਰਚਾਰ ਕਰੋ ਸਰਕਾਰੀ ਮਸ਼ੀਨਰੀ ਦੇ ਤੌਰ ਤੇ ਪ੍ਰਚਾਰ ਇਹ ਕੀਤਾ ਜਾਵੇ, ਜਿਹੜਾ ਮੁਸਲਮਾਨ ਬਣੇਗਾ ਉਹਨੂੰ ਸਾਰੇ ਸੁੱਖ ਮਿਲਣਗੇ। ਇਹ ਸਾਰਿਆਂ ਨੂੰ ਆਖਣਾ ਹੈ। ਸਨੇ ਸਨੇ ਮਨ ਕੋ ਬਿਰਮਾਏ। ਤੇ ਰੋਜ਼ ਹੀ ਇਹਨਾਂ ਦੇ ਉੱਪਰ ਪ੍ਰਚਾਰ ਕਰੋ ਤੇ ਇਹਨਾਂ ਦੇ ਮਨ ਆਪੇ ਭਰਮ ਜਾਣਗੇ। ਜਦੋਂ ਇਹਨਾਂ ਦੇ ਬੱਚੇ ਸਕੂਲ ਵਿੱਚ ਜਾਂਦੇ ਨੇ, ਪਾਠਸ਼ਾਲਾ ਵਿੱਚ ਜਾਂਦੇ ਨੇ, ਉੱਥੇ ਲੈਕਚਰ ਹੀ ਇਹੋ ਜਿਹਾ ਕੀਤਾ ਜਾਵੇ ਵੀ ਮੁਸਲਮਾਨ ਬਣਨ ਦਾ ਬੜਾ ਲਾਭ ਹੈ। ਜਦੋਂ ਇਹ ਕੋਈ ਧਾਰਮਿਕ ਸਭਾ ਕਰਦੇ ਨੇ, ਉੱਥੇ ਪ੍ਰਚਾਰ ਕੀਤਾ ਜਾਵੇ ਮੁਸਲਮਾਨ ਬਣਨ ਦਾ ਬੜਾ ਲਾਭ ਹੈ। ਜਦੋਂ ਇਹ ਕੋਈ ਕਰਮ ਕਰਦੇ ਨੇ, ਬਾਜ਼ਾਰ ਜਾਂਦੇ ਨੇ ਕਿਸੇ ਹੋਰ ਕਰਮ ਵਾਸਤੇ, ਕੋਈ ਵਿਆਹ ਸ਼ਾਦੀ ਵਿੱਚ ਪਹੁੰਚਦੇ ਨੇ, ਉੱਥੇ ਆਪਣੇ ਬੰਦੇ ਭੇਜੋ, ਦਿਨੇ ਰਾਤ ਇਸਲਾਮ ਦਾ ਪ੍ਰਚਾਰ ਕਰੋ, ਇਹਨਾਂ ਦੇ ਮਨ ਨੂੰ ਭਰਮਾਵੋ, ਇਹਨਾਂ ਦੇ ਮਨ ਵਿੱਚ ਇਹ ਗੱਲ ਪਾ ਦਿਓ ਵੀ ਮੁਸਲਮਾਨ ਬਣਨ ਵਿੱਚ ਬੜਾ ਲਾਭ ਹੈ। ਇਸ ਤਰ੍ਹਾਂ ਇਹਨਾਂ ਦੇ ਮਨ ਨੂੰ ਭਰਮਾ ਲੈਣਾ ਕਰੋ। ਮੁਖ ਤੇ ਮਾਧੁਰ ਬਾਕ ਸੁਣਾਏ। ਅਤੇ ਮੂੰਹੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੋ ਇਹਨਾਂ ਦੇ ਨਾਲ ਵੀ ਤੁਹਾਡਾ ਤੇ ਸਾਡਾ ਕੀ ਫਰਕ ਹੈ, ਆਪਾਂ ਤੇ ਭਾਈ ਭਾਈਆਂ ਸੀ ਤੇ ਤੁਹਾਡੇ ਹੀ ਆ, ਤੁਹਾਡਾ ਭਲਾ ਚਾਹੁੰਦੇ ਹਾਂ। ਐਸੀਆਂ ਮਿੱਠੀਆਂ ਗੱਲਾਂ ਕਹਿ ਕਹਿ ਕੇ ਇਹਨਾਂ ਨੂੰ ਮੋਹ ਲਓ ਇਹਨਾਂ ਦੇ ਮਨ। ਇਹ ਬਾਦਸ਼ਾਹ ਔਰੰਗਜ਼ੇਬ ਨੇ ਨੀਤੀ ਲਿਖੀ ਹੈ ਚਿੱਠੀ ਦੇ ਵਿੱਚ। ਪਹਿਲੀ ਗੱਲ ਇਹ ਹੈ ਧਨ ਦਾ ਲਾਲਚ ਦੇ ਦੇਵੋ, ਦੂਜੀ ਗੱਲ ਹੈ ਜ਼ਮੀਨ ਦਾ ਲਾਲਚ ਦੇਵੋ। ਫਿਰ ਸਰਕਾਰੀ ਤੌਰ 'ਤੇ ਸਾਰਿਆਂ ਥਾਵਾਂ 'ਤੇ ਪ੍ਰਚਾਰ ਕੀਤਾ ਜਾਵੇ ਇਸਲਾਮੀ ਬਣਨ ਵਿੱਚ ਬੜਾ ਲਾਭ ਹੈ, ਮੁਸਲਮਾਨ ਬਣਨ ਵਿੱਚ ਬੜਾ ਫਾਇਦਾ ਹੈ। ਅਤੇ ਫਿਰ ਜਦੋਂ ਕਿਤੇ ਕੋਈ ਹਿੰਦੂ ਮਿਲ ਜਾਂਦਾ ਉਹਦੇ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰੋ, ਇੰਨੀਆਂ ਚੰਗੀਆਂ ਗੱਲਾਂ ਕਰੋ ਵੀ ਉਹਨੂੰ ਲੱਗੇ ਵੀ ਮੁਸਲਮਾਨ ਤੇ ਕੇਵਲ ਮੇਰੇ ਹੀ ਹਮਦਰਦ ਨੇ। ਐਸਾ ਇਹਨਾਂ ਨੂੰ ਭਰਮਾ ਕੇ ਮੁਸਲਮਾਨ ਬਣਾ ਲਵੋ। ਮੋਹਰ ਉਸ ਕੋ ਦਾਵਾ ਦੇਹੋ। ਤੇ ਦੂਜੀ ਗੱਲ ਹੈ, ਇਹ ਤੇ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਮਾਇਆ ਵਾਸਤੇ ਧਰਮ ਬਦਲ ਸਕਦੇ ਨੇ, ਜਿਹੜੇ ਜ਼ਮੀਨ ਦੇ ਬਦਲੇ ਧਰਮ ਬਦਲ ਸਕਦੇ ਨੇ, ਜਾਂ ਕੁਝ ਇਹੋ ਜਿਹੇ ਕੱਚੇ ਲੋਕ ਨੇ ਜੋ ਥੋੜ੍ਹੀ ਬਹੁਤੀ ਪ੍ਰਚਾਰ ਕੀਤਿਆਂ ਬਦਲ ਜਾਣਗੇ, ਪਰ ਸਾਰੇ ਤੇ ਨਹੀਂ ਨਾ ਬਦਲਣਗੇ। ਹੁਣ ਦੂਜਿਆਂ ਵਾਸਤੇ ਹੱਥਕੰਡਾ ਕੀ ਵਰਤਣਾ, ਦੂਜਿਆਂ ਨੂੰ ਆਪਣੀ ਤਾਕਤ ਦਾ ਡਰ ਦੇਵੋ। ਜੇ ਨਹੀਂ ਮੰਨਦੇ ਤਾਂ ਉਹਨਾਂ ਨੂੰ ਆਖੋ ਵੀ ਸਾਡੇ ਕੋਲ ਸਰਕਾਰੀ ਪਹੁੰਚ ਹੈ, ਫੌਜ ਸਾਡੇ ਕੋਲ ਹੈ, ਥਾਣਾ ਸਾਡੇ ਕੋਲ ਹੈ, ਹਕੂਮਤ ਜੱਜ ਸਾਡੇ ਕੋਲ ਹੈ, ਜੋ ਅਸੀਂ ਚਾਹੀਏ ਤੁਹਾਡੇ ਤੇ ਕੇਸ ਬਣਾ ਦਈਏ, ਸਾਰੇ ਪਰਿਵਾਰ ਨੂੰ ਚੁੱਕ ਕੇ ਕਾਰਾਗ੍ਰਹਿ ਦੇ ਵਿੱਚ ਸੁੱਟਾਂਗੇ, ਜੇਲ੍ਹ ਦੇ ਵਿੱਚ ਸੁੱਟਾਂਗੇ, ਤੁਹਾਡੀ ਸਰਕਾਰੀ ਦਰਬਾਰੀ ਕੋਈ ਫਰਿਆਦ ਨਹੀਂ ਸੁਣੀ ਜਾਏਗੀ। ਫਿਰ ਆਪਣੀ ਤਾਕਤ ਦਾ ਇਹਨਾਂ ਨੂੰ ਨਮੂਨਾ ਵਿਖਾਓ ਵੀ ਸਾਡੇ ਵਿੱਚ ਕਿੰਨਾ ਬਲ ਹੈ, ਅਸੀਂ ਕੀ ਕਰ ਸਕਦੇ ਹਾਂ। ਇਸ ਤਰ੍ਹਾਂ ਸਰਕਾਰੀ ਤੌਰ ਤੇ ਡਰ ਦੇ ਕੇ ਇਹਨਾਂ ਨੂੰ ਮੁਸਲਮਾਨ ਬਣਾਉਣਾ ਕਰੋ। ਜਿਉਂ ਕਿਉਂ ਕਰੋ ਸ਼ਰ੍ਹਾ ਮੈਂ ਲਿਓ। ਜਿਵੇਂ ਕਿਵੇਂ ਵੀ ਕਰਨਾ ਪਵੇ, ਇੱਕ ਗੱਲ ਨਹੀਂ, ਦੋ ਗੱਲ ਨਹੀਂ, ਜਿਵੇਂ ਵੀ ਕਰਨਾ ਪਵੇ ਇਹਨਾਂ ਨੂੰ ਸ਼ਰ੍ਹਾ ਵਿੱਚ ਲੈ ਕੇ ਆਓ। ਭਾਵੇਂ ਮਾਇਆ ਦਾ ਲਾਲਚ, ਭਾਵੇਂ ਜ਼ਮੀਨ ਦਾ ਲਾਲਚ, ਭਾਵੇਂ ਇਹਨਾਂ ਦੇ ਮਨ ਪ੍ਰੇਰ ਕੇ ਮੁਸਲਮਾਨ ਕਰਨਾ ਪਵੇ, ਤੇ ਭਾਵੇਂ ਇਹਨਾਂ ਨੂੰ ਤਾਕਤ ਵਿਖਾਉਣੀ ਪਵੇ, ਡਰ ਦੇਣਾ ਪਵੇ, ਜਿਵੇਂ ਕਿਵੇਂ ਕਰਕੇ ਇਹਨਾਂ ਨੂੰ ਮੁਸਲਮਾਨ ਕਰਨਾ ਕਰੋ। ਬਹੁਤ ਜਬਰੀ ਨਹ ਜਾਨੀ ਪਰ। ਤੇ ਇਸ ਤਰ੍ਹਾਂ ਕਹਿਣ ਲੱਗੇ ਵੀ ਬਹੁਤ ਜਿਹੜੀ ਜ਼ਬਰਦਸਤੀ ਹੈ ਉਹ ਕਰਨੀ ਹੈ, ਪਰ ਦੁਨੀਆ ਨੂੰ ਨਾ ਪਤਾ ਲੱਗੇ, ਦੁਨੀਆ ਵਿੱਚ ਮਸ਼ਹੂਰੀ ਨਾ ਹੋ ਜਾਵੇ ਵੀ ਆਪਾਂ ਜ਼ਬਰਦਸਤੀ ਕਰਦੇ ਪਏ। ਜ਼ਬਰਦਸਤੀ ਕਰੋ ਜ਼ਰੂਰ, ਪਰ ਕਰੋ ਛੁਪਾ ਕੇ। ਅਗਲੇ ਨੂੰ ਮਾਰ ਵੀ ਮਾਰੋ, ਪਰ ਪਤਾ ਨਾ ਲੱਗੇ ਕਿਸੇ ਨੂੰ ਵੀ ਇਹ ਔਰੰਗਜ਼ੇਬ ਬਾਦਸ਼ਾਹ ਦੁਨੀਆ ਨੂੰ ਮਾਰ ਕੁੱਟ ਕੇ ਮੁਸਲਮਾਨ ਕਰਨਾ ਚਾਹੁੰਦਾ। ਦੁਨੀਆ ਦੀ ਨਜ਼ਰ ਵਿੱਚ ਚੰਗਾ ਵੀ ਬਣੋ ਵੀ ਅਸੀਂ ਚੰਗਾ ਕਰਦੇ ਪਏ। ਜ਼ਬਰਦਸਤੀ ਦੁਨੀਆ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਹੈ। ਦੀਜੈ ਵਿਆਹ ਲਾਲਸਾ ਧਰੈ। ਤੇ ਇਸ ਕਰਕੇ ਦੀਜੈ ਵਿਆਹ, ਜਿਹੜਾ ਕੋਈ ਵਿਆਹਣ ਵਾਲਾ ਨਾ ਹਿੰਦੂਆਂ ਦਾ ਬੱਚਾ, ਉਹਨੂੰ ਲਾਲਚ ਦੇ ਦਿਓ ਵੀ ਤੇਰਾ ਵਿਆਹ ਕਰਵਾ ਦੇਵਾਂਗੇ। ਇੱਕ ਨਹੀਂ ਤੇ ਭਾਵੇਂ ਦੋ ਵਿਆਹ ਕਰਵਾ ਲਾ, ਪਰ ਮੁਸਲਮਾਨ ਬਣ ਜਾ। ਜਿਨ੍ਹਾਂ ਦੇ ਵਿਆਹ ਨਹੀਂ ਹੋਏ ਜਾਂ ਜਿਹੜੇ ਵਿਆਹ ਕਰਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਲਾਲਚ ਦੇ ਕੇ ਵਿਆਹਾਂ ਦਾ, ਡੋਲਿਆਂ ਦਾ, ਇਹ ਲਾਲਚ ਦੇ ਕੇ ਮੁਸਲਮਾਨ ਕਰਨਾ ਕਰੋ। ਹਿੰਦੂ ਧਰਮ ਵਿਖੇ ਡਿੱਢ ਜਈ। ਤੇ ਜਿਹੜੇ ਹਿੰਦੂ ਧਰਮ ਦੇ ਵਿੱਚ ਪੱਕੇ ਨੇ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਨਾ, ਕੁਝ ਬੜੇ ਪ੍ਰਪੱਕ ਹੋਣਗੇ, ਧਰਮੀ ਹੋਣਗੇ, ਜਿਹੜੇ ਧਰਮ ਨੂੰ ਬੜਾ ਮੰਨਦੇ ਹੋਣਗੇ, ਜਿਹੜੇ ਬਹੁਤੇ ਪ੍ਰਪੱਕ ਹਨ। ਧਨਰ ਬੁੱਧ ਮੈਂ ਦੀਰਘ ਕਈ। ਤੇ ਕਈ ਧਨ ਵਿੱਚ ਅਮੀਰ ਹੋਣਗੇ। ਹੁਣ ਜਿਹੜਾ ਬੰਦੇ ਕੋਲ ਪਹਿਲਾਂ ਹੀ ਮਾਇਆ ਬੜੀ ਹੈ, ਜੇ ਉਹਨੂੰ ਆਪਾਂ ਕਵਾਂਗੇ ਵੀ ਲੈ ਸਾਡੇ ਕੋਲੋਂ ਪੈਸਾ ਲੈ ਲਾ ਤੇ ਤੂੰ ਆਪਣਾ ਧਰਮ ਛੱਡ ਦੇ, ਉਹਨੇ ਮੰਨਣਾ ਨਹੀਂ। ਉਹਨੇ ਕਹਿਣਾ ਵੀ ਮੇਰੇ ਕੋਲ ਤੇ ਪਹਿਲਾਂ ਹੀ ਬੜੀ ਹੈ, ਮੈਂ ਕਿਉਂ ਆਪਣੀ ਹੋਰ ਮਾਇਆ ਲੈ ਕੇ ਕਿਉਂ ਆਪਣਾ ਧਰਮ ਛੱਡਾਂ। ਕੁਝ ਹਿੰਦੂ ਵੀ ਇਹੋ ਜਿਹੇ ਹੋਣਗੇ ਜਿਹੜੇ ਮਾਇਆ ਵਿੱਚ ਅਮੀਰ ਹੋਣਗੇ, ਜਾਂ ਕੁਝ ਹਿੰਦੂ ਇਹੋ ਜਿਹੇ ਹੋਣਗੇ ਜਿਹੜੇ ਬੁੱਧੀ ਦੇ ਬੜੇ ਚਲਾਕ ਹੋਣਗੇ, ਬੜੀ ਤੇਜ਼ ਅਕਲ ਰੱਖਦੇ ਹੋਣਗੇ, ਜਿਹੜੇ ਸਾਡੀ ਚਾਲ ਨੂੰ ਝੱਟ ਹੀ ਫੜ ਸਕਦੇ ਨੇ।
ਜਿਹੜੇ ਇਸ ਤਰ੍ਹਾਂ ਦੇ ਹਿੰਦੂ ਹਨ। ਦਿਜ ਆਦਿਕ ਜੇ ਹੈ ਇਸ ਦੇਸ਼। ਕਿਉਂਕਿ ਪੰਡਤ ਜਿਹੜਾ ਹੈ ਨਾ ਬ੍ਰਾਹਮਣ ਬੜਾ ਚਲਾਕ ਮੰਨਿਆ ਜਾਂਦਾ, ਕਿਉਂਕਿ ਉਸਨੇ ਵੇਦ ਸ਼ਾਸਤਰ ਗ੍ਰੰਥ ਪੜ੍ਹੇ ਹੋਏ ਨੇ, ਤੇ ਪੜ੍ਹਿਆ ਹੋਇਆ ਗ੍ਰੰਥਾਂ ਨੂੰ ਛੇਤੀ ਕੀਤਿਆਂ ਕਿਤੇ ਤੋਂ ਮਾਰ ਨਹੀਂ ਖਾਵੇਗਾ। ਬਾਦਸ਼ਾਹ ਔਰੰਗਜ਼ੇਬ ਕਹਿੰਦਾ ਵੀ ਜਿਨ੍ਹਾਂ ਨੇ ਪੜ੍ਹੇ ਨੇ ਗ੍ਰੰਥ, ਜਿਹੜੇ ਬੜੇ ਚਲਾਕ ਨੇ, ਬੁੱਧੀ ਕਰਕੇ ਬੜੇ ਸਿਆਣੇ ਨੇ, ਜਾਂ ਮਾਇਆ ਵਿੱਚ ਬਹੁਤੇ ਅਮੀਰ ਹਨ, ਸਨੇ ਸਨੇ ਕਰ ਤੁਰਕ ਅਸ਼ੇਸ਼। ਇਹਨਾਂ ਸਾਰਿਆਂ ਨੂੰ ਵਾਰੀ-ਵਾਰੀ, ਪਹਿਲਾਂ ਜਿਹੜੇ ਕੱਚੇ ਨੇ ਹਿੰਦੂ ਉਹਨਾਂ ਨੂੰ ਮੁਸਲਮਾਨ ਬਣਾਓ, ਫਿਰ ਜਿਹੜੇ ਲਾਲਚੀ ਨੇ ਉਹਨਾਂ ਨੂੰ ਮਾਇਆ ਦਾ ਲਾਲਚ ਦੇ ਕੇ ਮੁਸਲਮਾਨ, ਕੋਈ ਜ਼ਮੀਨ ਚਾਹੁੰਦੇ ਹੋਣਗੇ ਉਹਨਾਂ ਨੂੰ ਜ਼ਮੀਨ ਦਾ ਲਾਲਚ ਦੇ ਦਿਓ, ਮੁਸਲਮਾਨ ਬਣਾ ਲਓ, ਤੇ ਫਿਰ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਨੂੰ ਵਿਆਹ ਦਾ ਲਾਲਚ ਦੇ ਦਿਓ। ਇਹਨਾਂ ਨੂੰ ਪਹਿਲਾਂ ਮੁਸਲਮਾਨ ਬਣਾਓ, ਉਸ ਤੋਂ ਮਗਰੋਂ ਫਿਰ ਵਾਰੀ ਆਵੇਗੀ ਜਿਹੜੇ ਧਰਮ ਦੇ ਵਿੱਚ ਪੱਕੇ ਹੋਣਗੇ ਵੀ ਅਸੀਂ ਧਰਮ ਨਹੀਂ ਛੱਡਣਾ, ਜੋ ਮਰਜ਼ੀ ਹੋ ਜਾਵੇ, ਫਿਰ ਉਹਨਾਂ ਧਰਮ ਦੇ ਵਿੱਚ ਪੱਕਿਆਂ ਨੂੰ ਮੁਸਲਮਾਨ ਕਰਨਾ। ਤੇ ਫਿਰ ਜਿਹੜੇ ਧਰਮ ਦੇ ਵੱਡੇ ਪੁਜਾਰੀ ਹੋਣਗੇ ਨਾ, ਧਰਮ ਦੇ ਠੇਕੇਦਾਰ, ਫਿਰ ਉਹਨਾਂ ਨੂੰ ਮਾਇਆ ਦਾ ਲਾਲਚ ਦੇ ਕੇ ਮੁਸਲਮਾਨ ਕਰਨਾ ਹੈ। ਅਫਗਨ ਸ਼ੇਰ ਸ਼ਾਹ ਮਤ ਜਾਨੀ। ਜਦੋਂ ਅਫਗਾਨ ਸ਼ੇਰ ਅਫਗਾਨ ਦੇ ਕੋਲ ਚਿੱਠੀ ਪਹੁੰਚੀ ਨਾ ਬਾਦਸ਼ਾਹ ਔਰੰਗਜ਼ੇਬ ਦੀ, ਕਸ਼ਮੀਰ ਦਾ ਸੂਬੇਦਾਰ, ਸਾਰੀ ਚਿੱਠੀ ਪੜ੍ਹ ਕੇ ਸੋਚਿਆ ਵਿਚਾਰਿਆ, ਇਸਨੇ ਸੋਚਿਆ ਸਮਝ ਲਿਆ ਕਿ ਬਾਦਸ਼ਾਹ ਔਰੰਗਜ਼ੇਬ ਕੀ ਚਾਹੁੰਦਾ ਹੈ ਔਰ ਮੈਨੂੰ ਕਿਵੇਂ ਕਿਵੇਂ ਸ਼ੁਰੂਆਤ ਕਰਨੀ ਹੈ। ਮੈਂ ਸਾਰੀ ਗੱਲ ਸਮਝ ਕੇ ਦਿਜ ਬੁਲਾਏ ਗਨ ਸੰਗ ਬਖਾਨੀ। ਉਸ ਵੇਲੇ ਇਸ ਸ਼ੇਰ ਅਫਗਾਨ ਕਸ਼ਮੀਰ ਦੇ ਸੂਬੇਦਾਰ ਨੇ ਕਸ਼ਮੀਰ ਦੇ ਜਿੰਨੇ ਬ੍ਰਾਹਮਣ ਸਨ ਸਾਰਿਆਂ ਨੂੰ ਸੁਨੇਹਾ ਭੇਜਿਆ, ਆਪਣੇ ਫੌਜੀ ਭੇਜੇ, ਕਹਿਣ ਲੱਗਾ ਵੀ ਜਿੰਨੇ ਬ੍ਰਾਹਮਣ ਨੇ ਧਰਮ ਦੇ ਵਿੱਚ ਪੱਕੇ, ਧਰਮ ਦੀ ਸੋਝੀ ਗਿਆਨ ਰੱਖਣ ਵਾਲੇ, ਇਹਨਾਂ ਸਾਰਿਆਂ ਨੂੰ ਬੁਲਾ ਕੇ ਲਿਆਉਣਾ ਕਰੋ। ਜੋ ਬੁੱਧ ਮਹਿ ਅਰ ਧਨ ਮਹਿ ਭਾਰੇ। ਉਹ ਬੰਦੇ ਲੱਭ ਕੇ ਲਿਆਓ ਜਿਨ੍ਹਾਂ ਦੇ ਕੋਲ ਬਹੁਤੀ ਮਾਇਆ ਹੈ, ਜਿਹੜੇ ਮਾਇਆ ਕਰਕੇ ਅਮੀਰ ਨੇ ਉਹ ਵੀ ਲੱਭ ਕੇ ਲਿਆਓ, ਜਿਹੜੇ ਅਕਲ ਕਰਕੇ ਬੜੇ ਤੇਜ਼ ਨੇ, ਜਿਨ੍ਹਾਂ ਨੇ ਗ੍ਰੰਥ ਵਗੈਰਾ ਪੜ੍ਹੇ ਨੇ, ਸਾਰਾ ਗ੍ਰੰਥਾਂ ਦਾ ਗਿਆਨ ਹੈ, ਸੋਝੀ ਹੈ, ਪੜ੍ਹੇ ਲਿਖੇ ਪੰਡਤ ਨੇ, ਉਹਨਾਂ ਪੰਡਤਾਂ ਨੂੰ ਵੀ ਲੈ ਕੇ ਆਓ, ਪੜ੍ਹਾਈ ਵਾਲਿਆਂ ਨੂੰ, ਅਤੇ ਜਿਹੜੇ ਮਾਇਆ ਕਰਕੇ ਅਮੀਰ ਨੇ ਉਹਨਾਂ ਨੂੰ ਵੀ ਲੈ ਕੇ ਆਉਣਾ ਕਰੋ। ਸਕਲ ਆਪਣੇ ਨਿਕਟ ਹਕਾਰੇ। ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ। ਜਿਹੜੇ ਪੈਸੇ ਦੇ ਵਿੱਚ ਅਮੀਰ ਸਨ ਬ੍ਰਾਹਮਣ ਉਹ ਵੀ ਸੱਦ ਲੈ, ਤੇ ਜਿਹੜੇ ਗ੍ਰੰਥਾਂ ਕਰਕੇ ਪੜ੍ਹੇ ਹੋਏ ਪੜ੍ਹੇ ਲਿਖੇ ਸਨ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਹੈ। ਕਾਗਦ ਪਠਿਓ ਸ਼ਾਹੋ ਲਿਹ ਦੇਖ। ਤੇ ਉਸ ਵੇਲੇ ਇਸ ਨੇ ਨਾ ਸਿੱਧੀ ਨੰਗੀ ਸ਼ਰੇਆਮ ਹੀ ਗੱਲ ਕੀਤੀ, ਕਹਿਣ ਲੱਗਾ ਮੈਂ ਵਲ ਛਲ ਕਰਕੇ ਘੁਮਾ ਕੇ ਫਰਾ ਕੇ ਗੱਲ ਨਹੀਂ ਕਰਾਂਗਾ, ਸਿੱਧੀ ਗੱਲ ਕਰਦਾ। ਆਹ ਦੇਖੋ ਮੇਰੇ ਕੋਲ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਆਈ ਹੈ, ਤੇ ਤੁਸੀਂ ਚਿੱਠੀ ਵੇਖ ਵੀ ਸਕਦੇ ਜੇ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ, ਛੁਪਾ ਕੇ ਨਹੀਂ ਗੱਲ ਕਰਦਾ, ਮੈਂ ਤੇ ਸਾਹਮਣੇ ਗੱਲ ਕਰਦਾ ਵੀ ਆ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਵੇਖ ਲੈਣਾ ਕਰੋ। ਵਡਿਆਈ ਕਉ ਦੇਹ ਵਿਸ਼ੇਖ। ਕਿਉਂਕਿ ਇਹਦੇ ਵਿੱਚ ਲਿਖਿਆ ਔਰੰਗਜ਼ੇਬ ਨੇ ਵੀ ਜਿੰਨੇ ਹਿੰਦੂ ਨੇ ਇਹਨਾਂ ਨੂੰ ਵਿਸ਼ੇਸ਼ ਵਡਿਆਈ ਦਿਓ, ਮਾਇਆ ਦਿਓ, ਧਨ ਦਿਓ, ਉੱਚੀਆਂ ਉੱਚੀਆਂ ਪਦਵੀਆਂ ਦੇ ਦਿਓ, ਵੱਡੀਆਂ ਵੱਡੀਆਂ ਨੌਕਰੀਆਂ ਦੇ ਦਿਓ। ਆ ਦੇਖੋ ਬਾਦਸ਼ਾਹ ਦੀ ਚਿੱਠੀ ਆਈ, ਝੂਠ ਕੋਈ ਨਹੀਂ ਹੈ, ਇਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਸੁਨ ਵਿਪਰਨ ਗਨ ਮਨ ਦੁਖ ਪਾਏ। ਜਦੋਂ ਬ੍ਰਾਹਮਣਾਂ ਨੇ ਸੁਣਿਆ ਵੀ ਇਹ ਸਾਨੂੰ ਵੱਡੀਆਂ ਨੌਕਰੀਆਂ ਦੇਣ ਦੀ ਗੱਲ ਕਰਦਾ ਪਿਆ, ਇਹ ਸਾਨੂੰ ਮਾਇਆ ਦੇਣ ਦੀ ਗੱਲ ਕਰਦਾ, ਤੇ ਉਹ ਸਮਝ ਗਿਆ ਵੀ ਇਹ ਆਪਣੇ ਆਪ ਤੇ ਕੁਝ ਇੱਦਾਂ ਦੇ ਨਹੀਂ ਸਕਦੇ, ਜੇ ਦੇਣਾ ਚਾਹੁੰਦੇ ਨੇ ਜਾਂ ਦੇਣ ਲੱਗੇ ਨੇ ਇਹਦੇ ਵਿੱਚ ਕਾਰਨ ਹੈ ਕੋਈ। ਹੁਣ ਬ੍ਰਾਹਮਣ ਬੜੇ ਚਲਾਕ ਸਨ, ਸ਼ੇਰ ਅਫਗਾਨ ਦੀ ਗੱਲ ਸੁਣ ਕੇ ਬੜੇ ਦੁਖੀ ਹੋਏ ਹਨ। ਕੁਛ ਨਾ ਕਹਿਓ ਗਇਓ ਪਛਤਾਏ। ਤੇ ਕੁਛ ਕਿਹਾ ਨਹੀਂ ਗਿਆ, ਹੁਣ ਕੀ ਕਹਿਣ, ਉਹ ਸਮੇਂ ਦਾ ਹਾਕਮ ਹੈ, ਦੇਸ਼ ਦਾ ਮਾਲਕ ਹੈ, ਜਿਹੜਾ ਵੀ ਅੱਗੋਂ ਜਵਾਬ ਦੇਵੇਗਾ ਉਹਨੂੰ ਸਜ਼ਾ ਮਿਲੇਗੀ। ਪਛਤਾਉਂਦੇ ਪੈ ਮਨ ਦੇ ਵਿੱਚ ਵੀ ਇਹ ਕੀ ਹੋਇਆ ਸੀ, ਸਾਨੂੰ ਆਪਣਾ ਧਰਮ ਚੰਗਾ ਪਰ ਸਾਡੇ ਤੇ ਜ਼ਬਰਦਸਤੀ ਹੋਣ ਲੱਗੀ ਹੈ। ਸੋਚਤ ਚਿਰੰਕਾਲ ਲਗ ਰਹੇ। ਕਹਿਣ ਲੱਗੇ ਵੀ ਉਸ ਵੇਲੇ ਕੁਝ ਸਮਾਂ ਇਹ ਸੋਚਦੇ ਰਹੇ, ਜਦੋਂ ਗੱਲ ਸੁਣੀ ਨਾ ਸ਼ੇਰ ਅਫਗਾਨ ਦੀ, ਕਸ਼ਮੀਰ ਦੇ ਸੂਬੇਦਾਰ ਦੀ, ਵੀ ਬਾਦਸ਼ਾਹ ਤੁਹਾਨੂੰ ਨੌਕਰੀਆਂ ਦੇਣੀਆਂ ਚਾਹੁੰਦਾ, ਮਾਇਆ ਦੇਣੀ ਚਾਹੁੰਦਾ, ਤੁਹਾਨੂੰ ਧਰਮ ਛੱਡਣਾ ਪਵੇਗਾ। ਇਹ ਗੱਲ ਸੁਣ ਕੇ ਇਹ ਸਾਰੇ ਬ੍ਰਾਹਮਣ ਬੈਠ ਕੇ ਫਿਰ ਸੋਚਣ ਲੱਗੇ ਹਨ, ਆਪਣੇ ਧਰਮ ਹੇਤ ਪੁਨ ਕਹੇ। ਤੇ ਆਪਣਾ ਧਰਮ, ਹੁਣ ਧਰਮ ਤੇ ਸਾਰਿਆਂ ਨੂੰ ਹੀ ਪਿਆਰਾ ਨਾ, ਭਾਵੇਂ ਕਿਸੇ ਦਾ ਕੋਈ ਧਰਮ ਹੋਵੇ। ਜੇ ਕੋਈ ਹਿੰਦੂ ਹੈ ਤੇ ਉਹਨੂੰ ਆਪਣਾ ਧਰਮ ਪਿਆਰਾ, ਜੇ ਮੁਸਲਮਾਨ ਤੇ ਉਹਨੂੰ ਆਪਣਾ ਪਿਆਰਾ, ਔਰ ਸਿੱਖ ਨੂੰ ਤੇ ਆਪਣਾ ਧਰਮ ਪਿਆਰਾ ਹੈ ਹੀ। ਹੁਣ ਇਹਨਾਂ ਨੇ ਮਨ ਵਿੱਚ ਸੋਚਿਆ ਵੀ ਸਾਨੂੰ ਧਰਮ ਤੇ ਆਪਣਾ ਪਿਆਰਾ, ਪਰ ਸ਼ਰਤ ਬੜੀ ਵੱਡੀ ਰੱਖਤੀ ਹੈ, ਸਮੇਂ ਦੀ ਸਰਕਾਰ ਦੇ ਨਾਲ ਮੱਥਾ ਵੀ ਲਾਉਣਾ ਔਖਾ। ਇਹਨਾਂ ਸੋਚ ਕੇ ਵਿਚਾਰ ਕੇ ਫਿਰ ਉਸ ਵੇਲੇ ਆਖਿਆ ਹੈ, ਪ੍ਰਥਮ ਕਿਨੋ ਨਾ ਕੀਨ ਸਿਆ। ਸਾਰਿਆਂ ਤੋਂ ਪਹਿਲਾਂ ਜਵਾਬ ਇਹ ਦਿੱਤਾ ਸ਼ੇਰ ਅਫਗਾਨ ਨੂੰ ਇਹਨਾਂ ਬ੍ਰਾਹਮਣਾਂ ਨੇ, ਕਹਿਣ ਲੱਗੇ ਜੀ ਆਹ ਕੰਮ ਤੁਸੀਂ ਪਹਿਲੀ ਵਾਰੀ ਕਰਨ ਲੱਗੇ ਹੋ। ਹਿੰਦੁਸਤਾਨ ਦੇ ਤਖਤ ਤੇ ਬਾਦਸ਼ਾਹ ਬਾਬਰ ਵੀ ਬੈਠਾ ਹੈ, ਹਿਮਾਯੂ ਵੀ ਬੈਠਾ ਹੈ, ਅਕਬਰ ਵੀ ਬੈਠਾ ਹੈ, ਜਹਾਂਗੀਰ ਵੀ ਬੈਠਾ ਹੈ, ਸ਼ਾਹਜਹਾਂ ਵੀ ਬੈਠਾ ਹੈ,
ਇੰਨੇ ਬਾਦਸ਼ਾਹ ਦਿੱਲੀ ਦੇ ਤਖਤ ਤੇ ਰਾਜ ਕਰ ਗਏ, ਪਰ ਪਹਿਲਾਂ ਤੇ ਕਿਸੇ ਨੇ ਆ ਕੁਝ ਨਹੀਂ ਆਖਿਆ ਜਿਹੜਾ ਤੁਸੀਂ ਕਹਿੰਦੇ ਇਹ ਪਹਿਲੀ ਵਾਰੀ ਹੋਣ ਲੱਗਾ ਹੈ। ਪਹਿਲਾਂ ਤੇ ਕਿਸੇ ਨੇ ਨਹੀਂ ਕੀਤਾ ਹੈ। जोरावरी चह हो अब जैसे। ਤੇ ਹੁਣ ਤੁਸੀਂ ਸਾਡੇ ਤੇ ਜ਼ੋਰਾਵਰੀ ਕਰਨੀ ਚਾਹੁੰਦੇ ਹੋ, ਧੱਕਾ ਕਰਨਾ ਚਾਹੁੰਦੇ ਹੋ, ਆਪਣੀ ਤਾਕਤ ਵਰਤਣੀ ਚਾਹੁੰਦੇ ਹੋ। ਵਰਤਣੀ ਨਹੀਂ ਸੀ ਤੁਹਾਨੂੰ ਚਾਹੀਦੀ, ਪਰ ਹੁਣ ਤੁਸੀਂ ਸਾਨੂੰ ਮਜਬੂਰ ਕਰਨ ਲੱਗੇ ਹੋ। अपनो धर्म तजै किम सोए। ਤੇ ਅਸੀਂ ਹੁਣ ਆਪਣਾ ਧਰਮ ਛੱਡੀਏ, ਤੇ ਛੱਡੀਏ ਕਿਵੇਂ? ਹੁਣ ਸਾਨੂੰ ਦੱਸੋ ਨਾ ਵੀ ਧਰਮ ਅਸੀਂ ਛੱਡੀਏ ਕਿਉਂ? ਸਾਡਾ ਧਰਮ ਸਾਨੂੰ ਕੀ ਦੁੱਖ ਦਿੰਦਾ ਹੈ? ਜਿਸ ਧਰਮ ਦੇ ਵਿੱਚ ਅਸੀਂ ਜੰਮੇ ਆ, ਪਲੇ ਆ, ਜਿਹੜੇ ਸਾਡੇ ਸੰਸਕਾਰ ਨੇ, ਕਿਵੇਂ ਛੱਡ ਦਈਏ? ਸਾਡਾ ਮਨ ਹੀ ਨਹੀਂ ਮੰਨਦਾ ਤੇ ਸਰੀਰ ਨੂੰ ਅਸੀਂ ਕੀ ਕਰਾਂਗੇ? ਸਾਡਾ ਧਰਮ ਸਾਨੂੰ ਪਿਆਰਾ ਹੈ। श्रेष्ठ रची तब को एह जोए। ਸੋ ਜਦੋਂ ਤੋਂ ਰੱਬ ਨੇ ਸ੍ਰਿਸ਼ਟੀ ਬਣਾਈ ਹੈ, ਇਹ ਤੇ ਨਹੀਂ ਨਾ ਵੀ ਹਿੰਦੂ ਅੱਜ ਪੈਦਾ ਹੋਏ ਨੇ, ਨਾ ਹੀ ਇਹ ਆ ਵੀ ਮੁਸਲਮਾਨ ਹੁਣ ਪੈਦਾ ਹੋਏ। ਹਿੰਦੂ ਬ੍ਰਾਹਮਣਾਂ ਨੇ ਜਵਾਬ ਦਿੱਤਾ, ਤਰਕ ਦਿੱਤਾ, ਕਹਿਣ ਲੱਗੇ ਵੀ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ, ਦੁਨੀਆ ਬਣੀ ਹੈ, ਉਦੋਂ ਤੋਂ ਹੀ ਹਿੰਦੂ ਧਰਮ ਬਣਿਆ, ਹਿੰਦੂ ਲੋਕ ਬਣੇ। ਹਜ਼ਾਰਾਂ ਸਾਲ ਹੋ ਗਏ ਸਾਨੂੰ ਦੁਨੀਆ ਤੇ। ਇਹ ਅੱਜ ਕੋਈ ਨਵੀਂ ਗੱਲ ਨਹੀਂ ਹੈ। करो ओज दीजा सब मारे। ਤੇ ਇਸ ਕਰਕੇ ਜੇ ਹੁਣ ਤੁਸੀਂ ਯੋਰ ਕਰੋਗੇ, ਸਾਨੂੰ ਮਾਰੋਗੇ ਜਾਂ ਮਾਰ ਦੇਣਾ ਕਰੋਗੇ, न कैसे हम जन्म बिगारे। ਤੇ ਅਸੀਂ ਆਪਣਾ ਜਨਮ ਕਿਵੇਂ ਵਿਗਾੜ ਲਈਏ? ਹੁਣ ਅਸੀਂ ਸ਼ੁਰੂ ਤੋਂ ਸਾਡੇ ਦਾਦੇ ਪੜਦਾਦੇ ਖਾਨਦਾਨ ਜਿੰਨੇ ਨੇ ਹਿੰਦੂ ਜੰਮਦੇ ਆਏ ਪੀੜ੍ਹੀ ਦਰ ਪੀੜ੍ਹੀ, ਆਪਣਾ ਧਰਮ ਕਿਵੇਂ ਛੱਡੀਏ? ਕਿਉਂ ਆਪਣਾ ਜਨਮ ਵਿਗਾੜੀਏ? ਅਸੀਂ ਨਹੀਂ ਛੱਡ ਸਕਦੇ। ਹਾਂ, राखें धर्म मरण लो सोई। ਇਹਨਾਂ ਨੇ ਜਵਾਬ ਦਿੱਤਾ। ਫਿਰ ਸਾਰਿਆਂ ਨੇ ਇਕੱਠੇ ਹੋ ਕੇ ਬ੍ਰਾਹਮਣਾਂ ਨੇ ਕਹਿਣ ਲੱਗੇ ਵੀ ਸਾਡੀ ਜਾਨ ਜਿੰਨਾ ਚਿਰ ਹੈ ਨਾ ਸਰੀਰ ਦੇ ਵਿੱਚ, ਉਹਨਾਂ ਚਿਰ ਅਸੀਂ ਆਪਣਾ ਧਰਮ ਰੱਖਾਂਗੇ, ਅਸੀਂ ਆਪਣਾ ਧਰਮ ਛੱਡ ਨਹੀਂ ਸਕਦੇ। ਕਸ਼ਮੀਰ ਦੇ ਸੂਬੇਦਾਰ ਨੂੰ ਇਹਨਾਂ ਨੇ ਜਵਾਬ ਦਿੱਤਾ, ਕਸ਼ਮੀਰ ਦੇ ਬ੍ਰਾਹਮਣਾਂ ਨੇ, ਜਿੰਨਾ ਚਿਰ ਸਾਡਾ ਸਰੀਰ ਹੈ ਅਸੀਂ ਆਪਣਾ ਧਰਮ ਨਹੀਂ ਛੱਡਣਾ ਹੈ। कौन कूर को जीवन होई। ਤੇ ਝੂਠੇ ਬੰਦੇ ਦਾ ਜੀਵਨ ਕਾਹਦਾ? ਜਿਹੜਾ ਬੰਦਾ ਉਹੀ ਝੂਠਾ ਗਿਆ। ਝੂਠੇ ਬੰਦੇ ਦਾ ਜੀਵਨ ਕੋਈ ਨਹੀਂ ਹੈ। ਜਿਹੜਾ ਬੰਦਾ ਮਰ ਗਿਆ, ਮੁੱਕਰ ਗਿਆ, ਗੱਲ ਖਤਮ ਹੋ ਗਈ। ਝੂਠੇ ਬੰਦੇ ਦਾ ਜਿਉਣਾ ਵੀ ਕੀ ਜਿਉਣਾ ਹੈ? ਅਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਕੁਰਬਾਨੀ ਤੇ ਕਰ ਜਾਵਾਂਗੇ, ਪਰ ਧਰਮ ਨੂੰ ਪਿੱਠ ਦੇ ਕੇ ਜਿਉਣਾ, ਉਹ ਕਾਹਦਾ ਜਿਉਣਾ ਹੈ? ਝੂਠੇ ਬੰਦੇ ਦਾ ਕੋਈ ਜਿਉਣਾ ਨਹੀਂ ਹੈ। इम कहे अपने सब सदन ਇਸ सिधारी। ਤਰ੍ਹਾਂ ਜਿਹੜੇ ਬ੍ਰਾਹਮਣ ਸਨ ਨਾ, ਜਵਾਬ ਦੇ ਕੇ ਉਹ ਸੂਬੇਦਾਰ ਨੂੰ ਕਹਿਣ ਲੱਗੇ ਵੀ ਅਸੀਂ ਆਪਣਾ ਫੈਸਲਾ ਸੁਣਾਤਾ ਵੀ ਅਸੀਂ ਆਪਣਾ ਧਰਮ ਨਹੀਂ ਛੱਡਣਾ। ਧਰਮ ਦੇ ਵਿੱਚ ਰਹਿ ਕੇ ਮਰਨਾ ਮਨਜ਼ੂਰ ਹੈ, ਧਰਮ ਨਹੀਂ ਛੱਡਾਂਗੇ। ਧਰਮ ਛੱਡ ਕੇ ਮਰਨਾ ਤੇ ਫਿਰ ਵੀ ਹੈ, ਤੇ ਝੂਠੇ ਬੰਦੇ ਦਾ ਕਾਹਦਾ ਜੀਵਨ ਹੈ, ਕਾਹਦਾ ਧਰਮ ਹੈ? ਇੰਨੀ ਗੱਲ ਕਹਿ ਕੇ ਇਹ ਬ੍ਰਾਹਮਣ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ। जे दिढ़ होते धर्म धन भारे। ਕਿਉਂਕਿ ਇਹ ਬੰਦੇ ਉਹ ਸਨ ਜਿਹੜੇ ਧਰਮ ਦੇ ਬੜੇ ਪੱਕੇ ਸਨ। ਧਰਮ ਦੇ ਵੀ ਪੱਕੇ ਨੇ ਔਰ ਮਾਇਆ ਕਰਕੇ ਵੀ ਅਮੀਰ ਨੇ। ਮਾਇਆ ਕਰਕੇ ਵੀ ਧਨ ਬਹੁਤਾ ਕੋਲ ਹੈ। ਮਾਇਆ ਦਾ ਲਾਲਚ ਇਹਨਾਂ ਨੂੰ ਬਦਲ ਨਹੀਂ ਸਕੇਗਾ, ਕਿਉਂਕਿ ਮਾਇਆ ਤੇ ਪਹਿਲਾਂ ਹੀ ਕੋਲ ਹੈ। ਤੇ ਧਰਮ ਦਾ ਇਹਨਾਂ ਨੂੰ ਗਿਆਨ ਹੈ, ਗ੍ਰੰਥ ਪੜ੍ਹੇ ਹੋਏ। ਇਹ ਜਿਹੜੇ ਧਰਮ ਦੇ ਵਿੱਚ ਪੱਕੇ ਸਨ, ਮਾਇਆ ਕਰਕੇ ਅਮੀਰ ਸਨ, ਇਹਨਾਂ ਨੇ ਜਵਾਬ ਦਿੱਤਾ ਸੂਬੇਦਾਰ ਨੂੰ ਔਰ ਆਪੋ ਆਪਣੇ ਘਰਾਂ ਨੂੰ ਚਲੇ ਗਏ। उन केतक दिन बीते जवै। ਫਿਰ ਕਹਿੰਦੇ ਵੀ ਇਹ ਹੁਣ ਮੁਸੀਬਤ ਟਲੀ ਥੋੜੀ ਹੈ, ਇਹ ਤੇ ਥੋੜੇ ਦਿਨਾਂ ਵਾਸਤੇ ਹੈ। ਥੋੜੇ ਦਿਨ ਵਾਸਤੇ ਕਸ਼ਮੀਰ ਦਾ ਸੂਬੇਦਾਰ ਚੁੱਪ ਕਰ ਗਿਆ। ਜਦੋਂ ਕੁਝ ਕੁ ਦਿਨ ਲੰਘੇ ਤੇ ਦੁਬਾਰਾ ਕਹਿੰਦੇ ਫਿਰ गई तगीद शाहू की तवे। ਤੇ ਬਾਦਸ਼ਾਹ ਔਰੰਗਜ਼ੇਬ ਦੀ ਫਿਰ ਦੁਬਾਰਾ ਤਗੀਦ ਗਈ, ਦੁਬਾਰਾ ਫਿਰ ਪੈਗਾਮ ਗਿਆ, ਸੁਨੇਹਾ ਗਿਆ। ਬਾਦਸ਼ਾਹ ਔਰੰਗਜ਼ੇਬ ਨੇ ਚਿੱਠੀ ਲਿਖੀ, ਫਿਰ ਪੁੱਛਿਆ ਸ਼ੇਰ ਮੁਹੰਮਦ ਕਿੰਨੇ ਕੁ ਲੋਕਾਂ ਨੂੰ ਮੁਸਲਮਾਨ ਬਣਾਤਾ? ਕੁਝ ਕੀਤਾ ਵੀ ਹੈ ਮੇਰੀ ਚਿੱਠੀ ਪੜ੍ਹ ਕੇ ਕਿ ਨਹੀਂ ਕੀਤਾ ਕੁਝ? ਦੁਬਾਰਾ ਕਹਿੰਦੇ ਬਾਦਸ਼ਾਹ ਦੀ ਫਿਰ ਚਿੱਠੀ ਗਈ ਹੈ। अफगन शेर डरे और स्कीन। ਤੇ ਉਸ ਵੇਲੇ ਫਿਰ ਇਹ ਜਿਹੜਾ ਸ਼ੇਰ ਅਫਗਾਨ ਸੀ ਨਾ ਡਰ ਗਿਆ, ਕਿਉਂਕਿ ਉਹ ਵੀ ਤੇ ਨੌਕਰੀ ਤੇ ਬੈਠਾ ਨਾ, ਬਾਦਸ਼ਾਹ ਦਾ ਨੌਕਰ ਹੈ। ਮਨ ਵਿੱਚ ਸੋਚਿਆ ਵੀ ਅੱਗੇ ਮੈਂ ਇਹਨਾਂ ਨੂੰ ਆਖਿਆ ਧਰਮ ਇਹਨਾਂ ਨੇ ਬਦਲਿਆ ਨਹੀਂ, ਹੁਣ ਇਹਨਾਂ ਨੇ ਮੇਰੀ ਗੱਲ ਸੁਣੀ ਕੋਈ ਨਹੀਂ। ਇੱਧਰੋਂ ਬਾਦਸ਼ਾਹ ਦੀ ਦੂਜੀ ਚਿੱਠੀ ਆ ਗਈ ਹੈ। ਜੇ ਮੈਂ ਦੁਬਾਰਾ ਹੁਣ ਕੁਝ ਨਹੀਂ ਕਰਾਂਗਾ ਤੇ ਫਿਰ ਇਹਦੇ ਵਿੱਚ ਬਾਦਸ਼ਾਹ ਮੇਰੇ ਤੇ ਕਰੂਪੀ ਕਰੇਗਾ, ਮੇਰੀ ਨੌਕਰੀ ਚਲੇ ਜਾਏਗੀ। ਸ਼ੇਰ ਅਫਗਾਨ ਡਰ ਗਿਆ ਮਨ ਦੇ ਵਿੱਚ ਵੀ ਬਾਦਸ਼ਾਹ ਨਾਰਾਜ਼ ਹੋ ਜਾਏਗਾ। बुद्ध कर इस प्रकार और चीन। ਉਸ ਵੇਲੇ ਆਪਣੀ ਬੁੱਧੀ ਦੇ ਸਿਆਣਪ ਦੇ ਨਾਲ ਨਾ ਇਹਨੇ ਸੋਚਿਆ ਵੀ ਹੁਣ ਕਰਾਂ ਕੀ, ਕਿਉਂਕਿ ਇੱਕ ਪਾਸੇ ਬਾਦਸ਼ਾਹ ਦਾ ਹੁਕਮ ਹੈ ਹਿੰਦੁਸਤਾਨ ਦੇ ਦਾ, ਔਰੰਗਜ਼ੇਬ ਦਾ ਵੀ ਮੁਸਲਮਾਨ ਬਣਾਉਣਾ ਹੀ ਬਣਾਉਣਾ। ਦੂਜੇ ਪਾਸੇ ਹਿੰਦੂ ਕਹਿੰਦੇ ਮਰ ਜਾਵਾਂਗੇ ਪਰ ਧਰਮ ਨਹੀਂ ਛੱਡਾਂਗੇ। ਤੇ ਫਿਰ ਸ਼ੇਰ ਅਫਗਾਨ ਨੇ ਸੋਚਿਆ ਵੀ ਵਿਚਕਾਰ ਤੇ ਮੈਂ ਹੀ ਹਾਂ। ਬਾਦਸ਼ਾਹ ਔਰੰਗਜ਼ੇਬ ਨੇ ਮੈਨੂੰ ਹੁਕਮ ਚਾੜਨਾ ਹੈ, ਮੈਨੂੰ ਕਰਨਾ ਪੈਣਾ। ਇਹਨੇ ਬੈਠ ਕੇ ਫਿਰ ਆਪਣੀ ਬੁੱਧੀ ਦੇ ਨਾਲ ਸੋਚਿਆ,
ਆਪਣੀ ਅਕਲ ਦੇ ਨਾਲ ਹੁਣ ਇੱਕ ਦਾ ਖੇਡਣ ਲੱਗਾ ਹੈ। ਜੇ ਗ੍ਰਾਮਨ ਮੈਂ ਹਿੰਦੂ ਬ੍ਰਿੰਦ, ਜਿੰਨੇ ਪਿੰਡਾਂ ਦੇ ਵਿੱਚ ਹਿੰਦੂ ਰਹਿੰਦੇ ਨੇ, ਕਸ਼ਮੀਰ ਦੇ ਵਿੱਚ, ਜੰਮੂ ਦੇ ਵਿੱਚ ਜਿੰਨੇ ਪਿੰਡਾਂ ਵਿੱਚ ਹਿੰਦੂ ਰਹਿੰਦੇ ਹਨ, ਪ੍ਰਥਮ ਤੁਰਕ ਤਿਨ ਕਰਉ ਬਿਲੰਦ। ਇਹਨੇ ਮਨ ਵਿੱਚ ਸੋਚਿਆ ਵੀ ਪਹਿਲਾਂ ਇਹਨਾਂ ਨੂੰ ਹਿੰਦੂਆਂ ਨੂੰ ਮੁਸਲਮਾਨ ਬਣਾਵਾਂ। ਜਿਹੜੇ ਰੜੇ ਮੈਦਾਨ ਤੇ ਬੈਠੇ ਨੇ ਪਿੰਡਾਂ ਦੇ ਪਿੰਡ ਵਸੋਂ ਵਾਲੇ, ਪਹਿਲਾਂ ਇਹਨਾਂ ਨੂੰ ਮੈਂ ਜਿਹੜਾ ਹੈ ਉਹ ਤਾਕਤ ਦੇ ਨਾਲ, ਧੱਕੇ ਦੇ ਨਾਲ ਮੁਸਲਮਾਨ ਬਣਾਉਂਦਾ। ਪਰਬਤ ਵਾਸੀ ਦਿਜ ਸਮੁਦਾਇ, ਉਸ ਤੋਂ ਬਾਅਦ ਵਿੱਚ ਦੂਜਾ ਨੰਬਰ ਫਿਰ ਲਾਵਾਂਗਾ ਜਿਹੜੇ ਪਰਬਤਾਂ ਤੇ ਰਹਿਣ ਵਾਲੇ ਬ੍ਰਾਹਮਣ ਨੇ, ਉੱਚੀਆਂ ਚੋਟੀਆਂ ਤੇ ਪਹਾੜੀਆਂ ਤੇ ਜਿਹੜੇ ਬ੍ਰਾਹਮਣ ਲੋਕ ਉੱਥੇ ਰਹਿੰਦੇ ਨੇ, ਫਿਰ ਉਹਨਾਂ ਨੂੰ ਮੈਂ ਸਾਰਿਆਂ ਨੂੰ ਮੁਸਲਮਾਨ ਕਰਾਂਗਾ। ਕੇਤਕ ਖੱਤਰੀ ਸਦਨ ਬਸਾਏ, ਤੇ ਕੁਝ ਖੱਤਰੀ ਨੇ, ਕਿਉਂਕਿ ਬ੍ਰਾਹਮਣ ਤੇ ਖੱਤਰੀ ਦੋ ਵੱਖੋ ਵੱਖਰੀਆਂ ਜਾਤਾਂ ਨੇ। ਕੁਝ ਖੱਤਰੀ ਵੀ ਰਹਿੰਦੇ ਨੇ, ਜਿਹੜੇ ਖੱਤਰੀ ਰਹਿੰਦੇ ਫਿਰ ਉਹਨਾਂ ਨੂੰ ਮੈਂ ਆਖਾਂਗਾ ਵੀ ਮੁਸਲਮਾਨ ਬੰਨਾ ਕਰੋ। ਤੈਂ ਚੜ ਆਏ ਜ਼ੋਰ ਕੋ ਘਾਲਾ, ਤੇ ਫਿਰ ਉੱਥੇ ਅਸੀਂ ਚੜ ਪਵਾਂਗੇ ਫੌਜ ਲੈ ਕੇ, ਤੇ ਜ਼ੋਰ ਦੇ ਨਾਲ, ਧੱਕੇ ਦੇ ਨਾਲ ਇਹ ਕੰਮ ਕਰਾਵਾਂਗੇ। ਕੀਨੋ ਤਿਨ ਕੋ ਤੁਰਕ ਵਿਸਾਲਾ, ਇਹਨਾਂ ਸਾਰਿਆਂ ਨੂੰ ਮੈਂ ਮੁਸਲਮਾਨ ਬਣਾਵਾਂਗਾ। ਪਹਿਲਾਂ ਪਿੰਡਾਂ ਦੇ ਲੋਕਾਂ ਨੂੰ ਚੁਣਾ, ਉਹਨਾਂ ਨੂੰ ਮੁਸਲਮਾਨ ਕਰਾਂ। ਫਿਰ ਪਰਬਤਾਂ ਦੇ ਬੈਠੇ ਜਿਹੜੇ ਪਹਾੜੀਆਂ ਤੇ ਉਹਨਾਂ ਨੂੰ ਮੁਸਲਮਾਨ ਕਰਾਂ। ਤੇ ਉਸ ਤੋਂ ਬਾਅਦ ਵਿੱਚ ਜਿਹੜੇ ਖੱਤਰੀ ਨੇ, ਸ਼ਾਸਤਰ ਧਾਰਨ ਕਰਨ ਵਾਲੇ, ਲੜਨ ਵਾਲੇ, ਲੜਾਕੇ, ਫਿਰ ਉਹਨਾਂ ਨੂੰ ਮੁਸਲਮਾਨ ਕਰਾਂਗਾ। 20-30 ਕੋਸਨ ਮੈਂ ਜੋਏ, 20 ਤੇ 30 ਕੋਸਾਂ ਵਿੱਚ ਜਿੰਨੇ ਵੀ ਲੋਕ ਬੈਠੇ ਹੋਏ, 20-30 ਕੋਹ ਤੱਕ ਜਿੰਨਾ ਵੀ ਏਰੀਆ ਹੈ, ਇੱਕ ਦਿਨ ਸਕਲ ਇਹ ਇਕੱਠੇ ਹੋਏ। ਇਹ ਸਾਰਿਆਂ ਨੂੰ ਇੱਕ ਦਿਨ ਇਕੱਠੇ ਕਰਾਂ। ਇਹਨੇ ਇਲਾਕੇ ਵੰਡ ਦਿੱਤੇ ਸ਼ੇਰ ਅਫਗਾਨ ਨੇ ਵੀ 20-20 ਕੋਹ ਤੱਕ ਜਿੰਨਾ ਵੀ ਇਲਾਕਾ ਬਣਦਾ ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰੋ। ਉਹਨਾਂ ਦੀ ਇੱਕ ਦਿਨ ਕਲਾਸ ਲਈ ਜਾਏਗੀ। ਫਿਰ ਉਸ ਤੋਂ ਬਾਅਦ ਵਿੱਚ ਅਗਲੇ 20 ਕੋਹ ਨੂੰ ਇਕੱਠਿਆਂ ਕਰਾਂਗੇ। ਇਸ ਤਰ੍ਹਾਂ 20-20 ਕੋਹ ਦੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ। ਜਿਸ ਤਰ੍ਹਾਂ ਇੱਕ ਬਲਾਕ ਹੁੰਦਾ ਨਾ, ਬਲਾਕ ਦੇ ਵਿੱਚ ਜਿੰਨੇ ਘਰ ਪੈਂਦੇ, ਜਿੰਨੇ ਪਿੰਡ ਪੈਂਦੇ, ਉਸ ਮੁਤਾਬਕ ਇਹਨੇ ਵੀ ਉਹਨਾਂ ਏਰੀਆ ਵੰਡ ਦਿੱਤਾ। ਇੰਨੇ ਲੋਕਾਂ ਨੂੰ ਇਕੱਠੇ ਕਰੋ। ਕਰੇ ਉਤਾਰਨ ਸਰਵ ਜਨੇਊ, ਤੇ ਉਸ ਵੇਲੇ ਜਦੋਂ ਲੋਕ ਇਕੱਠੇ ਹੋਏ ਨਾ 20-20 ਮੀਲਾਂ ਦੇ, ਆਪਣੀ ਫੌਜ ਨੂੰ ਆਖਿਆ ਨਾ ਸਾਰਿਆਂ ਦੇ ਜਨੇਊ ਲਾ ਲਵੋ। ਸਾਰਿਆਂ ਦੇ ਜਨੇਊ ਲਾਏ ਹਨ। ਤੋਲ ਸਵਾ ਮਨ ਹੋਏ ਸਤਿਉ, ਸੋ ਜਦੋਂ ਤੋਲਿਆ ਨਾ, ਇੰਨੇ ਲੋਕ ਸਨ ਔਰ ਇੰਨਾ ਜਨੇਊ ਲੱਥਾ, ਕਹਿਣ ਲੱਗੇ ਉਹਦਾ ਵਜ਼ਨ ਜਿਹੜਾ ਸੀ 1.25 ਮਣ ਬਣਿਆ। ਜਨੇਊ ਇੱਕ ਸੂਤ ਦਾ ਧਾਗਾ ਹੈ। ਸੂਤ ਦਾ ਧਾਗਾ, ਜਿਵੇਂ ਅਸੀਂ ਆਪਣੇ ਗਾਤਰੇ ਕਿਰਪਾਨ ਪਾਉਂਦੇ ਹਾਂ, ਗਾਤਰਾ ਪਾਉਂਦੇ ਹਾਂ ਗਲ ਦੇ ਵਿੱਚ, ਇਸੇ ਤਰ੍ਹਾਂ ਜਨੇਊ ਗਲ ਵਿੱਚ ਪਾਇਆ ਜਾਂਦਾ, ਪਰ ਇਹ ਉਲਟਾ ਪਾਇਆ ਜਾਂਦਾ। ਅਸੀਂ ਸੱਜੇ ਮੋਢੇ ਤੋਂ ਖੱਬੇ ਪਾਸੇ ਨੂੰ ਕਿਰਪਾਨ ਪਾਉਂਦੇ ਹਾਂ, ਪਰ ਜਨੇਊ ਜਿਹੜਾ ਖੱਬੇ ਮੋਢੇ ਤੋਂ ਸੱਜੇ ਪਾਸੇ ਨੂੰ ਪਾਇਆ ਜਾਂਦਾ, ਪਾਇਆ ਗਾਤਰੇ ਦੇ ਵਾਂਗ ਹੀ ਜਾਂਦਾ। ਔਰ ਬਿਲਕੁਲ ਬਰੀਕ ਧਾਗਾ ਸੂਤ ਦਾ ਬਣਿਆ ਹੋਇਆ, ਔਰ ਬਿਲਕੁਲ ਹੌਲਾ ਹੁੰਦਾ। ਕੋਈ ਇਹਦਾ ਵਜ੍ਹਾ ਨਹੀਂ ਹੈ ਖਾਸ। ਕਿੰਨੇ ਜਨੇਊ ਲੱਥੇ ਹੋਣਗੇ ਜਿਨ੍ਹਾਂ ਦਾ ਭਾਰ 1.25 ਮਣ ਹੋ ਗਿਆ। 20-20 ਮੀਲਾਂ ਤੱਕ, 30-30 ਮੀਲਾਂ ਤੱਕ ਜਿੰਨੇ ਪਿੰਡ ਸਨ, ਉਹਨਾਂ ਪਿੰਡਾਂ ਦੇ ਲੋਕ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਕੀਤੇ, ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜਨੇਊ ਲੱਥੇ। ਉਹਨਾਂ ਜਨੇਊਆਂ ਨੂੰ ਇਕੱਠੇ ਕਰਕੇ ਜਦੋਂ ਭਾਰ ਕੀਤਾ, ਤੋਲਿਆ ਗਿਆ, ਤੇ 1.25 ਮਣ ਉਹਦਾ ਵਜ਼ਨ ਚੜ੍ਹਿਆ। ਆਪਾਂ ਆਮ ਇਤਿਹਾਸ ਦਾ ਬਚਨ ਪੜ੍ਹਦੇ ਹਾਂ ਵੀ ਔਰੰਗਜ਼ੇਬ 1.25 ਮਣ ਜਨੇਊ ਲਾ ਕੇ ਰੋਟੀ ਖਾਂਦਾ। ਤੇ ਕੁਝ ਲੋਕ ਇਹ ਗੱਲ ਕਰ ਦਿੰਦੇ ਵੀ ਬਾਦਸ਼ਾਹ ਇਕੱਲਾ ਇੰਨਾ ਜਨੇਊ ਕਿਵੇਂ ਲਾ ਸਕਦਾ। ਬਾਦਸ਼ਾਹ ਨੇ ਜਨੇਊ ਥੋੜ੍ਹੀ ਲਾਉਣਾ ਹੁੰਦਾ, ਬਾਦਸ਼ਾਹ ਨੇ ਤੇ ਹੁਕਮ ਦੇਣਾ ਹੁੰਦਾ। ਹੁਕਮ ਦੇਣ ਵਾਲਾ ਉਹ ਹੈ, ਥੱਲੇ ਉਹਦੇ ਵਜ਼ੀਰ ਬੈਠੇ ਨੇ, ਉਹਦੇ ਅਫਸਰ ਬੈਠੇ ਨੇ, ਸਿਪਾਹੀ ਬੈਠੇ, ਕੰਮ ਤੇ ਉਹਨਾਂ ਕਰਨਾ। ਉਹਨੇ ਆਪਣੀ ਸਾਰੇ ਦੇਸ਼ ਦੀ ਫੌਜ ਹੀ ਲਾ ਦਿੱਤੀ। ਜਿਹੜੇ ਕਸ਼ਮੀਰ ਦੇ ਸਨ ਉਹਨਾਂ ਨੂੰ ਕਸ਼ਮੀਰ ਵਿੱਚ ਲਾ ਦਿੱਤਾ ਵੀ ਲਾਓ ਭਾਈ, ਬਣਾਓ ਮੁਸਲਮਾਨ। ਜਿਹੜੇ ਬਾਕੀ ਸਟੇਟਾਂ ਦੇ ਸਨ ਉਹਨਾਂ ਨੂੰ ਉੱਧਰ ਲਾ ਦਿੱਤਾ, ਵੱਖੋ ਵੱਖਰੇ ਸੂਬੇਦਾਰਾਂ ਨੂੰ ਕੰਮ ਵੰਡ ਦਿੱਤਾ। ਤੇ ਕਹਿਣ ਲੱਗੇ ਜਨੇਊ ਉਤਰਨ ਲੱਗ ਪਿਆ, ਔਰ ਉਤਰਦਿਆਂ ਗਿਣਤੀ 1.25 ਮਣ ਭਾਰ ਰੋਜ਼ ਜਨੇਊ ਲੈਂਦਾ। ਔਰ ਜਨੇਊ ਜਿਹੜਾ ਹੈ ਉਹ ਬ੍ਰਾਹਮਣ ਆਪਣੇ ਗਲ ਵਿੱਚ ਪਾਉਂਦਾ। ਇਕੱਲੇ ਬ੍ਰਾਹਮਣਾਂ ਦੀ ਇਹ ਹਾਲਤ ਹੋਈ ਹੈ, ਆਮਦੀ ਤੇ ਗਿਣਤੀ ਪਰੇ ਹੈ। ਇਕੱਲੇ ਬ੍ਰਾਹਮਣਾਂ ਦੇ ਗਲਾਂ ਵਿੱਚੋਂ 1.25 ਮਣ ਜਨੇਊ ਲੈਂਦਾ, ਜਿਹਨੂੰ ਧਰਮ ਦਾ ਆਪਾਂ ਕਹਿ ਦਿੰਦੇ ਹਾਂ ਪੈਰੋਕਾਰ, ਧਰਮ ਦਾ ਮੋਢੀ, ਧਰਮ ਨੂੰ ਦੱਸਣ ਵਾਲਾ। ਜਿਹੜੇ ਧਰਮ ਨੂੰ ਦੱਸਣ ਵਾਲੇ ਸਨ, ਧਰਮ ਨੂੰ ਪੜ੍ਹਨ ਵਾਲੇ ਸਨ, ਧਰਮ ਦਾ ਪ੍ਰਚਾਰ ਕਰਨ ਵਾਲੇ ਸਨ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਸਨ, ਸੁਣਾਉਂਦੇ ਸਨ, ਵੇਦ ਸ਼ਾਸਤਰਾਂ ਨੂੰ, ਉਹਨਾਂ ਦੇ ਗਲਾਂ ਵਿੱਚੋਂ ਲੱਥੇ ਨੇ ਜਨੇਊ, ਜਿਨ੍ਹਾਂ ਦੀ ਗਿਣਤੀ 1.25 ਮਣ ਹੈ। ਤੇ ਜਿਹੜੇ ਆਮ ਸਨ ਪੇਂਡੂ ਲੋਕ, ਉਹਨਾਂ ਦੀ ਗਿਣਤੀ ਤੇ ਪਰੇ ਦੀ ਪਰੇ ਹੀ ਹੈ। ਇਸ ਤਰ੍ਹਾਂ ਰੋਜ਼ ਜਨੇਊ ਲੈਂਦੇ ਹਨ। ਇਸ ਦਿਨ ਤੁਰਕ ਭਏ ਹੈ ਸਾਰੇ, ਤੇ ਕਹਿਣ ਲੱਗੇ ਉਸੇ ਦਿਨ ਇਹਨਾਂ ਨੂੰ ਫਿਰ ਆਖਿਆ ਵੀ ਜਾਂ ਤੇ ਮੁਸਲਮਾਨ ਬਣੋ,
ਦੱਸੋ ਕੀ ਚਾਹੀਦਾ, ਧਨ ਦਈਏ ਜਾਂ ਜ਼ਮੀਨ ਦਈਏ? ਜੇ ਨਹੀਂ ਦੋਵੇਂ ਚੀਜ਼ਾਂ ਚਾਹੀਦੀਆਂ ਤੇ ਫਿਰ ਅਸੀਂ ਤਲਵਾਰ ਨੰਗੀ ਕਰਾਂਗੇ, ਜਿਹੜਾ ਨਹੀਂ ਮੰਨੇਗਾ ਉਹਦਾ ਸਿਰ ਲਾ ਦੇਵਾਂਗੇ। ਇਸ ਤਰ੍ਹਾਂ ਡਰਾ ਕੇ ਧਮਕਾ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਹੈ। ਹਿੰਦੁਨ ਹਾਹਾਕਾਰ ਉਚਾਰੇ। ਕਹਿਣ ਲੱਗੇ ਵੀ ਹਿੰਦੂ ਫਿਰ ਹਾਹਾਕਾਰ ਵਿਚਾਰਿਆਂ ਨੇ ਕੀਤੀ, ਹਾਏ ਮਰ ਗਏ, ਹਾਏ ਮਰ ਗਏ। ਫਰਿਆਦਾਂ ਕਰਦੇ ਸਾਡੀ ਕੋਈ ਤੇ ਸੁਣੋ, ਇਕੱਠੇ ਹੋ ਕੇ ਫਿਰ ਹਾਹਾਕਾਰ ਕਰਦੇ ਹਨ। ਖੱਖੇ ਨਾਮ ਭਇਓ ਖੱਤਰੀਨ। ਕਹਿਣ ਲੱਗੇ ਵੀ ਇਸੇ ਤਰ੍ਹਾਂ ਖੱਖੇ ਨਾਮ, ਸੋ ਕਹਿੰਦੇ ਵੀ ਇਸ ਤਰ੍ਹਾਂ ਦਾ ਖੱਖੇ ਤੋਂ ਭਾਵ ਇਹ ਖੱਖੇ ਮੁਸਲਮਾਨ ਬਣੇ, ਜਿਹੜੇ ਜਨੇਊ ਲੱਥੇ ਨਾ ਜਿਨ੍ਹਾਂ ਦੇ ਕਸ਼ਮੀਰ ਦੇ ਵਿੱਚ, ਇਹਨਾਂ ਨੂੰ ਮੁਸਲਮਾਨ ਬਣਾ ਕੇ ਤੇ ਇਹਨਾਂ ਨੂੰ ਕਿਹਾ ਜਾਂਦਾ ਖੱਖੇ ਮੁਸਲਮਾਨ। ਅੱਜ ਵੀ ਉਹਨਾਂ ਦੀ ਪੀੜ੍ਹੀ ਚੱਲਦੀ ਹੈ, ਅੱਜ ਵੀ ਉਹਨਾਂ ਦੀ ਕੁਲ ਚੱਲਦੀ ਹੈ, ਜਿਹੜੇ ਹਿੰਦੂਆਂ ਤੋਂ ਮੁਸਲਮਾਨ ਬਣੇ। ਅੱਜ ਤੁਸੀਂ ਜਾਣਦੇ ਹੋ ਮਹਾਰਾਸ਼ਟਰ ਦੀ ਧਰਤੀ ਨੂੰ ਬਹੁਤੇ ਮੁਸਲਮਾਨ ਪਰਿਵਾਰ ਮਿਲਦੇ। ਇਹ ਉਹ ਮੁਸਲਮਾਨ ਪਰਿਵਾਰ ਬਹੁਤੇ ਨੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂਆਂ ਤੋਂ ਮੁਸਲਮਾਨ ਕੀਤੇ। ਇਹਨਾਂ ਨੂੰ ਖੱਖੇ ਮੁਸਲਮਾਨ ਆਖਿਆ ਜਾਂਦਾ ਹੈ। ਭੰਬੇ ਨਾਮ ਦਿਜਨ ਕੋਕੀਨ। ਅਤੇ ਜਿਹੜੇ ਖੱਤਰੀਆਂ ਦੇ ਜਨੇਊ ਲੱਥੇ, ਜਿਹੜੇ ਖੱਤਰੀ ਮੁਸਲਮਾਨ ਬਣੇ, ਉਹਨਾਂ ਨੂੰ ਆਖਿਆ ਖੱਖੇ ਮੁਸਲਮਾਨ। ਜਿਹੜੇ ਬ੍ਰਾਹਮਣ ਮੁਸਲਮਾਨ ਬਣੇ ਉਹਨਾਂ ਨੂੰ ਆਖਿਆ ਭੱਬੇ ਮੁਸਲਮਾਨ। ਉਹਨਾਂ ਦੀ ਗੋਤ ਹੀ ਪਾ ਦਿੱਤੀ ਵੀ ਇਹ ਭੱਬੇ ਮੁਸਲਮਾਨ, ਪਤਾ ਲੱਗ ਜਾ ਵੀ ਇਹ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ। ਤੇ ਇੱਕ ਦਾ ਨਾਂ ਪਾ ਦਿੱਤਾ ਖੱਖੇ ਮੁਸਲਮਾਨ, ਪਤਾ ਲੱਗੇ ਵੀ ਇਹ ਖੱਤਰੀਆਂ ਤੋਂ ਮੁਸਲਮਾਨ ਬਣੇ। ਇਸ ਤਰ੍ਹਾਂ ਉਹਨਾਂ ਦੀਆਂ ਗੋਤਾਂ ਵੀ ਇਹਨਾਂ ਨੇ ਬਣਾ ਦਿੱਤੀਆਂ ਤੇ ਧਰਮ ਵੀ ਉਹਨਾਂ ਦਾ ਮੁਸਲਮਾਨ ਕਰ ਦਿੱਤਾ ਹੈ। ਔਰ ਕਸ਼ਮੀਰ ਤੀਰ ਗਿਰ ਜੋਏ। ਕਹਿਣ ਲੱਗੇ ਵੀ ਇਸੇ ਤਰ੍ਹਾਂ ਜਿਹੜਾ ਕਸ਼ਮੀਰ ਹੈ ਨਾ, ਕਸ਼ਮੀਰ ਦਾ ਜਿੰਨਾ ਇਲਾਕਾ, ਜਿੰਨੇ ਪਹਾੜ ਹਨ, ਕਿਤਕ ਦਿਵਸ ਮਹਿ ਤੁਰਕ ਸੋ ਹੋਏ। ਤੇ ਕੁਝ ਕੁ ਦਿਨਾਂ ਦੇ ਵਿੱਚ ਸ਼ੇਰ ਅਫਗਾਨ ਨੇ, ਇੱਥੋਂ ਦੇ ਸੂਬੇਦਾਰ ਨੇ ਇੰਨਾ ਜ਼ੋਰ ਲਾਇਆ, ਆਪਣੀ ਤਾਕਤ ਲਾਈ ਵੀ ਕੁਝ ਦਿਨਾਂ ਦੇ ਵਿੱਚ ਹੀ ਪੂਰੀ ਦੀ ਪੂਰੀ ਸਟੇਟ ਜਿਹੜੀ ਹੈ ਨਾ ਮੁਸਲਮਾਨ ਬਣਾ ਲਈ। ਇਸ ਨੇ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਬਹੁਤਿਆਂ ਦੇ ਜਨੇਊ ਲੱਥੇ ਹਨ। ਦਰਬ ਆਦ ਸਮਗਰੀ ਜੇਤੀ। ਕਿਸੇ ਨੂੰ ਮਾਇਆ ਚਾਹੀਦੀ ਹੈ ਜਾਂ ਸਮੱਗਰੀ ਹੋਰ ਧਨ ਪਦਾਰਥ ਚਾਹੀਦਾ ਹੈ। ਘਰ ਤੁਰਨ ਕੇ ਬਿਰਧੀ ਤੇਤੀ। ਤੇ ਕਹਿਣ ਲੱਗੇ ਵੀ ਘਰ ਤੁਰਕਣ ਕੇ ਬਿਰਧੀ ਤੇਤੀ। ਜਿਹੜਾ ਨਹੀਂ ਮੰਨਦਾ ਮੁਸਲਮਾਨ ਉਹਨੂੰ ਵੀ ਬਣਾਇਆ ਜਾਂਦਾ, ਜਿਹੜਾ ਨਹੀਂ ਮੰਨਦਾ ਉਹਦਾ ਘਰ ਲੁੱਟ ਲਿਆ ਜਾਂਦਾ ਹੈ। ਉਹਦੀਆਂ ਬਹੂ ਬੇਟੀਆਂ ਚੁੱਕ ਕੇ ਲੈ ਆਉਂਦੇ, ਬਹੂ ਬੇਟੀਆਂ ਨੂੰ ਚੁੱਕ ਕੇ ਆਪਣੇ ਘਰਾਂ ਵਿੱਚ ਲੈ ਆਉਂਦੇ ਮੁਸਲਮਾਨ, ਆਪਣੇ ਘਰੀਂ ਵਸਾ ਲੈਂਦੇ। ਘਰ ਵਿੱਚ ਜਿੰਨਾ ਧਨ ਪਦਾਰਥ ਹੈ ਉਹ ਵੀ ਖੋਹ ਲਿਆ ਜਾਂਦਾ, ਘਰ ਸਾੜ ਦਿੱਤੇ ਜਾਂਦੇ। ਇਸ ਤਰ੍ਹਾਂ ਕਹਿਣ ਲੱਗੇ ਵੀ ਮੁਸਲਮਾਨ ਜਿਹੜੇ ਸਨ ਅਮੀਰ ਹੋ ਗਏ, ਬਹੁਤਾ ਧਨ ਇਹਨਾਂ ਦੇ ਘਰੇ ਵੱਧ ਗਿਆ ਹੈ। ਏਮ ਅੜ ਹਿੰਦੁਨ ਕੀ ਜਬ ਟੂਟੀ। ਕਹਿੰਦੇ ਵੀ ਇਸ ਤਰ੍ਹਾਂ ਅੜ ਕੇ ਨਾ ਉਹਨਾਂ ਦੇ ਨਾਲ ਹਿੰਦੂਆਂ ਦੀ ਤੇ ਮੰਨ ਲਓ ਲੱਕ ਹੀ ਟੁੱਟ ਗਿਆ। ਲੁੱਟਣ ਦਾ ਇਹਨਾਂ ਦੇ ਵਿੱਚ ਇਹ ਇੱਕ ਕਿਸਮ ਦਾ ਸ਼ੌਂਕ ਹੀ ਪੈ ਗਿਆ, ਰੀਤ ਹੀ ਪੈ ਗਈ ਲੁੱਟਣ ਦੀ। ਜਦੋਂ ਹਿੰਦੂਆਂ ਨੂੰ ਲੁੱਟਿਆ ਨਾ, ਉਹਨਾਂ ਦੇ ਘਰਾਂ ਨੂੰ ਤੋੜਿਆ ਤੇ ਲੁੱਟ ਕੇ ਆਪਣੇ ਘਰ ਭਰ ਲੈ, ਤੇ ਹੁਣ ਲਾਲਚ ਪੈ ਗਿਆ। ਹੁਣ ਕਿਤੇ ਕਿਸੇ ਨੂੰ ਵੀ ਗੱਲ ਜਾ ਪੈਂਦੇ ਵੀ ਲਿਆ ਅਸੀਂ ਤੇਰੇ ਘਰ ਨੂੰ ਲੁੱਟਣ ਆਏ। ਤੇ ਸਾਖੀ ਆਪਣੇ ਸਾਹਮਣੇ ਹੈ 10ਵੇਂ ਪਾਤਸ਼ਾਹ ਮਹਾਰਾਜ ਜਦ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਲੱਗੇ ਨਾ ਮਹਾਰਾਜ, ਜਦੋਂ ਸਿੱਖ ਕਹਿੰਦੇ ਸਨ ਮਹਾਰਾਜ ਛੱਡ ਦਈਏ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਨੂੰ ਲੁੱਟਣ ਦੀ ਆਦਤ ਪੈ ਗਈ ਹੈ, ਲੁੱਟ ਕੇ ਇਹਨਾਂ ਦੀ ਆਦਤ ਹੀ ਲੁੱਟਣ ਵਾਲੀ ਬਣ ਗਈ ਹੈ, ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ ਕਿਸੇ ਨੂੰ। ਪਰ ਸਾਡੇ ਸਿੱਖ ਮੰਨਦੇ ਵੀ ਕਿੱਥੇ, ਕਹਿੰਦੇ ਨਹੀਂ ਜੀ ਇਹ ਤੇ ਸੋਹਾਂ ਖਾਂਦੇ ਪਏ। ਸਤਿਗੁਰਾਂ ਨੇ ਟੁੱਟੇ ਛਿੱਤਰ ਤੇ ਘੋੜਿਆਂ ਦੀ ਲਿੱਦ ਜਿਹੜੀ ਹੈ ਨਾ ਬੋਰੀਆਂ ਵਿੱਚ ਪਾ ਕੇ ਉਹਨਾਂ ਨੂੰ ਖੋਤਿਆਂ ਦੇ ਉੱਪਰ ਲੱਦਿਆ। ਟੁੱਟੇ ਛਿੱਤਰ, ਹੱਡ, ਘੋੜਿਆਂ ਦੀ ਲਿੱਦ, ਇਹੋ ਜਿਹਾ ਹੋਰ ਜੋ ਵੀ ਗੰਦਾ ਮੰਦਾ ਸਮਾਨ ਹੈ, ਖੱਚਰਾਂ ਖੋਤਿਆਂ ਦੇ ਉੱਪਰ ਲੱਦ ਕੇ ਉਹਦੇ ਉੱਪਰ ਸੋਹਣੇ ਕੱਪੜੇ ਪਾ ਦਿੱਤੇ। ਦੂਰੋਂ ਚਮਕਦੇ, ਵੇਖਣ ਨੂੰ ਲੱਗੇ ਵੀ ਕੋਈ ਬਹੁਤੀ ਮਹਿੰਗੀ ਚੀਜ਼ ਜਾ ਰਹੀ ਹੈ। ਤੇ ਸਤਿਗੁਰੂ ਸਿੱਖਾਂ ਨੂੰ ਕਹਿਣ ਲੱਗੇ ਕਿਲੇ ਦੀਆਂ ਕੰਧਾਂ ਤੋਂ ਵੇਖੋ ਹੁਣ ਕੀ ਬਣਦਾ। ਤੇ ਜਦੋਂ ਖਚਰਾਂ ਖੋਤੇ ਸੋਟਾ ਮਾਰ ਕੇ ਬਾਹਰ ਕੱਢੇ ਨਾ ਅਨੰਦਪੁਰ ਤੋਂ, ਤੇ ਬਸ ਉਦੋਂ ਹੀ ਕਸਮਾਂ ਭੁੱਲ ਗਈਆਂ, ਵਾਅਦੇ ਭੁੱਲ ਗਏ, ਭੱਜ ਕੇ ਪੈ ਗਿਆ ਖੋਤਿਆਂ ਨੂੰ ਲੁੱਟਣ ਵਾਸਤੇ। ਤੇ ਜਦੋਂ ਬੋਰੀਆਂ ਖੋਲ ਕੇ ਵੇਖੀਆਂ, ਵਿੱਚੋਂ ਛਿੱਤਰ, ਹੱਡ ਤੇ ਘੋੜਿਆਂ ਦੀ ਲਿੱਦ ਨਿਕਲੀ। ਬੜੇ ਬੇਸ਼ਰਮ ਹੋਏ। ਮਹਾਰਾਜ ਨੇ ਵਿਖਾਇਆ, ਕਹਿੰਦੇ ਵੇਖੋ ਤੁਸੀਂ ਆਖਦੇ ਸੀ ਵੀ ਆਪਾਂ ਨੂੰ ਕੁਝ ਨਹੀਂ ਕਹਿਣਗੇ। ਲੁੱਟਣਾ ਇਹਨਾਂ ਦੇ ਖੂਨ ਵਿੱਚ ਪੈ ਗਿਆ ਹੈ, ਇਹਨਾਂ ਦਾ ਖੂਨ ਹੀ ਇਹੋ ਜਿਹਾ ਬਣ ਗਿਆ ਵੀ ਲੁੱਟਣ ਨੂੰ ਆਪਣਾ ਹੱਕ ਸਮਝਦੇ ਨੇ। ਉਹ ਹੱਕ ਤਾਂ ਸਮਝਦੇ ਨੇ ਵੀ ਕਸ਼ਮੀਰ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਗਿਆ ਹਿੰਦੂਆਂ ਨੂੰ ਮੁਸਲਮਾਨ ਕਰੋ, ਤੇ ਮੁਸਲਮਾਨ ਆਪਣਾ ਹੱਕ ਸਮਝਦੇ ਲੁੱਟਣਾ। ਜਿਹੜਾ ਤੇ ਆਪਣੇ ਆਪ ਮੁਸਲਮਾਨ ਬਣ ਜਾਂਦਾ ਠੀਕ ਹੈ, ਜਿਹੜਾ ਕੋਈ ਮਾੜੀ ਮੋਟੀ 3-5 ਕਰਦਾ ਉਹਦੇ ਘਰ ਨੂੰ ਲੁੱਟਿਆ ਜਾਂਦਾ ਧੱਕੇ ਦੇ ਨਾਲ, ਜ਼ਬਰਦਸਤੀ, ਤਾਕਤ ਨਾਲ ਵੀ ਲੈ ਮੈਂ ਲੁੱਟਣ ਲੱਗਾ, ਕਰ ਜੋ ਤੂੰ ਕਰਨਾ।
ਘਰ ਸਾੜ ਦਿੱਤੇ ਜਾਂਦੇ, ਬਹੁ ਬੇਟੀਆਂ ਚੁੱਕ ਲਈਆਂ ਜਾਂਦੀਆਂ। ਉਹ ਇਹੋ ਜਿਹੀ ਇੱਕ ਰੀਤ ਪੈ ਗਈ, ਇਹੋ ਜਿਹਾ ਇਹਨਾਂ ਦੇ ਵਿੱਚ ਉਹ ਆ ਗਿਆ, ਔਗਣ ਆ ਗਿਆ। ਹੁਣ ਤੇ ਲੁੱਟਣ ਨੂੰ ਆਪਣਾ ਹੱਕ ਹੀ ਸਮਝਦੇ ਨੇ। ਤੇ ਉਦੋਂ ਤੋਂ ਲੁੱਟ ਸ਼ੁਰੂ ਹੋਈ। 10ਵੇਂ ਪਾਤਸ਼ਾਹ ਨੇ ਜਿਹੜੀ ਵਿਖਾਈ, ਇੱਕ ਇਤਿਹਾਸ ਦੀ ਗਵਾਹੀ ਹੈ। ਕਹਿਣ ਲੱਗੇ ਲੁੱਟ ਲੁੱਟ ਕੇ ਆ ਅਮੀਰ ਹੋ ਗਏ, ਹਿੰਦੂਆਂ ਨੂੰ ਗਰੀਬ ਕਰ ਦਿੱਤਾ ਹੈ। ਸੰਸੇ ਮਨ ਭਏ ਧ੍ਰਿਤ ਛੁਟੀ। ਕਹਿਣ ਲੱਗੇ ਵੀ ਇਹ ਵਿਚਾਰੇ ਹਿੰਦੂ ਬੜਾ ਡਰ ਗਏ, ਧੀਰ ਦੇ ਹੌਸਲਾ ਛੁੱਟ ਗਿਆ ਵੀ ਸਾਡੀ ਬਾਹ ਕਿਹਨੇ ਫੜਨੀ ਹੈ, ਕੋਈ ਬਾਹ ਫੜਨ ਵਾਲਾ ਨਹੀਂ ਹੈ। ਬਹੁਰ ਵਿਪਰ ਪੁਰ ਕੇ ਸਮੁਦਾਇ। ਫਿਰ ਕਸ਼ਮੀਰ ਦੇ ਜਿਹੜੇ ਬ੍ਰਾਹਮਣ ਸਨ, ਸਾਰੇ ਕਸ਼ਮੀਰ ਦੇ ਬ੍ਰਾਹਮਣ ਜਿਹੜੇ ਹਨ, ਸਗਰੇ ਅਫਗਨ ਸ਼ੇਰ ਬੁਲਾਏ। ਸਾਰੇ ਅਫਗਾਨ ਸ਼ੇਰ ਨੇ ਬੁਲਾ ਲਿਆ। ਸ਼ੇਰ ਅਫਗਾਨ ਇਹਦਾ ਨਾਮ ਸੀ ਸੂਬੇਦਾਰ ਦਾ। ਜਿਵੇਂ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਹੈ ਨਾ, ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਹੈ। ਜਦੋਂ ਉਹਨੇ ਵੇਖਿਆ ਵੀ ਬਹੁਤੇ ਮੁਸਲਮਾਨ ਮਨਾ ਲੈ, ਕੁਝ ਕੱਟੜ ਹੀ ਰਹਿ ਗਏ ਨੇ, ਇਹਨੇ ਸੱਦ ਲੈ। ਫਿਰ ਕਹਿਣ ਲੱਗਾ ਜਿਹੜੇ ਨਹੀਂ ਨਾ ਬਣੇ ਹਾਲੇ ਤੱਕ, ਲਿਆਓ ਇਕੱਠੇ ਕਰਕੇ। ਤੇ ਜਿਹੜੇ ਕਹਿੰਦੇ ਸਨ ਵੀ ਅਸੀਂ ਧਰਮ ਦੇ ਵਿੱਚ ਬੜੇ ਪੱਕੇ ਆ, ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਹੈ। ਕਹਿਓ ਜ਼ੋਰ ਕਰ ਕਲਮਾ ਪਠੇ। ਉਸ ਵੇਲੇ ਸੂਬੇਦਾਰ ਨੇ ਆਖਿਆ ਵੀ ਕਲਮਾ ਪੜੋ, ਲਾ ਇਲਾ ਇਲੱਲਾ, ਇਹ ਜੋ ਵੀ ਹੈ ਨਾ ਮੰਤਰ ਉਹਨਾਂ ਦਾ, ਮੰਤਰ ਪੜੋ, ਕਲਮਾ ਪੜੋ ਤੇ ਮੁਸਲਮਾਨ ਬਣ ਜਾਓ। ਜੇ ਨਹੀਂ ਪੜੋਗੇ ਤੇ ਜ਼ਬਰਦਸਤੀ ਹੈ। ਹੁਣ ਤੇ ਤੁਹਾਨੂੰ ਕੁਝ ਮਿੰਟ ਦਿੱਤੇ ਨੇ, ਆਪਣੇ ਆਪ ਪੜੋਗੇ ਠੀਕ ਹੈ, ਆਪਣੇ ਆਪ ਨਹੀਂ ਪੜੋਗੇ ਫਿਰ ਸਾਡੇ ਕੋਲ ਦੂਜਾ ਤਰੀਕਾ ਵੀ ਹੈ। ਲਾ ਇਲਾ ਇਲੱਲਾ ਕਹਿਣਾ ਹੀ ਪੈਣਾ, ਪੜੋ ਕਲਮਾ ਤਾਂ ਤੁਹਾਡੀ ਜਾਨ ਬਚਣੀ ਹੈ। ਸਰਹਿ ਨਾ ਕਹਾਂ ਸ਼ਰ੍ਹਾ ਤੇ ਨਠੋ। ਇਹ ਤੁਹਾਡਾ ਸ਼ਰ੍ਹਾ ਤੋਂ ਨੱਠਿਆ ਸਰਨਾ ਨਹੀਂ, ਬੰਨਾ ਕੁਝ ਨਹੀਂ ਹੈ। ਕਿੱਥੇ ਜਾਓਗੇ ਤੁਸੀਂ? ਵੱਧ ਤੋਂ ਵੱਧ ਇਹੋ ਹੀ ਕਰੋਗੇ ਨਾ ਵੀ ਅਸੀਂ ਕਸ਼ਮੀਰ ਛੱਡ ਦਿੰਦੇ ਹਾਂ। ਕਸ਼ਮੀਰ ਛੱਡੋਗੇ ਤੇ ਜਾਓਗੇ ਕਿੱਥੇ? ਭਾਵੇਂ ਕਸ਼ਮੀਰ ਛੱਡ ਦਿਓ, ਕੋਈ ਦੂਜੇ ਇਲਾਕੇ, ਤੀਜੇ ਇਲਾਕੇ, ਜਿੱਥੇ ਮਰਜ਼ੀ ਚਲੇ ਜਾਓ, ਸਾਰਿਆਂ ਥਾਵਾਂ ਤੇ ਰਾਜ ਤੇ ਔਰੰਗਜ਼ੇਬ ਦਾ ਹੀ ਹੈ। ਹਿੰਦੁਸਤਾਨ ਭਾਵੇਂ ਅੱਜ ਪਾਕਿਸਤਾਨ ਬਣ ਗਿਆ, ਅਫਗਾਨਿਸਤਾਨ ਬਣ ਗਿਆ, ਪਰ ਹੈ ਤੇ ਸਾਰੇ ਬਾਦਸ਼ਾਹ ਔਰੰਗਜ਼ੇਬ ਦਾ ਹੀ ਹੁਕਮ ਚੱਲਦਾ ਨਾ ਸਾਰਿਆਂ ਤੇ। ਅੱਜ ਇਹ ਵੱਖਰੇ ਦੇਸ਼ ਬਣ ਗਏ, ਉਦੋਂ ਤਾਂ ਇੱਕੋ ਦੇਸ਼ ਹੀ ਹੈ। ਸ਼ੇਰ ਅਫਗਾਨ ਨੇ ਆਖਿਆ ਵੀ ਮੁਸਲਮਾਨ ਤੇ ਬੰਨਣਾ ਹੀ ਪੈਣਾ ਹੈ, ਦੂਜਾ ਤੇ ਤੁਹਾਡੇ ਕੋਲ ਕੋਈ ਹੈ ਹੀ ਨਹੀਂ, ਦੂਜੀ ਤੇ ਗੱਲ ਕੋਈ ਹੈ ਹੀ ਨਹੀਂ। ਦੂਜਾ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜੇ ਅਸੀਂ ਆਹ ਕੰਮ ਨਾ ਕਰੀਏ ਤੇ ਆਹ ਕਰਾਂਗੇ, ਨਹੀਂ, ਤੁਸੀਂ ਕਿਤੇ ਜਾ ਵੀ ਨਹੀਂ ਸਕਦੇ। ਬਹੁਤੀ ਗੱਲ ਤੇ ਦੇਸ਼ ਛੱਡ ਕੇ ਭੱਜੋਗੇ, ਪਰ ਜਾਓਗੇ ਕਿੱਥੇ? ਜਿੱਥੇ ਵੀ ਜਾਓਗੇ ਔਰੰਗਜ਼ੇਬ ਦਾ ਉੱਥੇ ਹੀ ਰਾਜ ਹੈ। ਇਸ ਕਰਕੇ ਮੁੱਕਦੀ ਗੱਲ ਇਹ ਹੈ, ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਵੀ ਮੁਸਲਮਾਨ ਬਣਨਾ ਹੀ ਪੈਣਾ ਹੈ। ਇਸ ਕਰਕੇ ਬਣ ਜਾਣਾ ਕਰੋ। ਸੁਣ ਕੇ ਸਭ ਹਿੰਦੂਨ ਕੋ ਚਿਤਾ। ਉਹ ਜਿਹੜੇ ਬੜੇ ਆਪਣੇ ਆਪ ਨੂੰ ਪਰਪੱਕ ਸਮਝਦੇ ਨਾ ਧਰਮ ਦੇ ਵਿੱਚ, ਬ੍ਰਾਹਮਣ, ਉਹਨਾਂ ਦੇ ਮਨ ਵਿੱਚ ਵਾਕਿਆ ਹੀ ਚਿੰਤਾ ਪੈ ਗਈ। ਕਹਿਣ ਲੱਗੇ ਵੀ ਸ਼ੇਰ ਅਫਗਾਨ ਕਹਿੰਦਾ ਤੇ ਠੀਕ ਹੈ, ਵੱਧ ਤੋਂ ਵੱਧ ਆਪਾਂ ਇਹ ਦੇਸ਼ ਛੱਡ ਸਕਦੇ ਹਾਂ। ਇੱਥੋਂ ਛੱਡ ਕੇ ਕਿੱਥੇ ਜਾਵਾਂਗੇ? ਦਿੱਲੀ ਜਾਵਾਂਗੇ, ਯੂਪੀ ਜਾਵਾਂਗੇ, ਹੋਰ ਪਰੇ ਕਿਤੇ ਮੱਧ ਪ੍ਰਦੇਸ਼ ਨੂੰ ਚਲੇ ਜਾਵਾਂਗੇ, ਜਿੱਥੇ ਮਰਜ਼ੀ ਚਲੇ ਜਾਈਏ, ਰਾਜ ਤੇ ਔਰੰਗੇ ਦਾ ਹੀ ਹੈ ਨਾ, ਔਰੰਗਜ਼ੇਬ ਦਾ ਹੀ ਹੈ। ਤੇ ਛੱਡਣਾ ਤੇ ਸਾਨੂੰ ਉੱਥੇ ਵੀ ਨਹੀਂ। ਇਹਨਾਂ ਹਿੰਦੂਆਂ ਦੇ ਮਨ ਵਿੱਚ, ਬ੍ਰਾਹਮਣਾਂ ਦੇ ਮਨ ਵਿੱਚ ਬੜੀ ਚਿੰਤਾ ਵੱਧ ਗਈ ਵੀ ਹੁਣ ਕਿਸੇ ਬਾਨੇ ਭੱਜਿਆ ਨਹੀਂ ਜਾਂਦਾ ਹੈ। ਭਏ ਇਕੱਤਰ ਕਹਿ ਬਿਰਤੰਤਾ। ਉਸ ਵੇਲੇ ਸਾਰੇ ਇਕੱਠੇ ਹੋ ਗਏ, ਇਹ ਜਿੰਨੇ ਸਨ ਇਕੱਠੇ ਹੋ ਕੇ ਫਿਰ ਇਸ ਤਰ੍ਹਾਂ ਕਹਿੰਦੇ ਹਨ, ਅਪਰ ਉਪਾਏ ਨਾ ਕੋ ਬਨੇ ਆਵੇ। ਕਹਿਣ ਲੱਗੇ ਵੀ ਹੋਰ ਤੇ ਆਪਣੇ ਕੋਲ ਕੋਈ ਨਾ ਤਾਕਤ ਹੈ ਨਾ ਕੋਈ ਜ਼ੋਰ ਹੈ, ਹੋਰ ਤੇ ਕੋਈ ਆਪਣਾ ਜ਼ੋਰ ਚੱਲਣਾ ਵੀ ਨਹੀਂ ਹੈ। ਜਗਤ ਰਾਜ ਇਨ ਥਉ ਨਾ ਪਾਵੇ। ਕਿਉਂਕਿ ਸੰਸਾਰ ਵਿੱਚ ਰਾਜ ਇਹਨਾਂ ਦਾ, ਹਿੰਦੁਸਤਾਨ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਹੈ, ਤੇ ਸਾਡੇ ਕੋਲੋਂ ਹੋਰ ਕੋਈ ਇਹੋ ਜਿਹੀ ਜਗ੍ਹਾ ਹੈ ਵੀ ਨਹੀਂ। ਭੱਜ ਕੇ ਜਾਈਏ ਤੇ ਜਾਈਏ ਕਿੱਥੇ? ਕਿਉਂਕਿ ਮਥੁਰਾ ਦੇ ਮੰਦਰ ਤੋੜ ਦਿੱਤੇ ਗਏ ਸਨ, ਰਾਮੇਸ਼ਵਰਪੁਰ ਦੇ ਜਿਹੜੇ ਮੰਦਰ ਸਨ ਉਹ ਤੋੜ ਦਿੱਤੇ ਗਏ ਸਨ। ਇਸੇ ਤਰ੍ਹਾਂ ਥਨੇਸਰ ਸ਼ਹਿਰ ਜਿਹੜਾ, ਉਹਦੇ ਮੰਦਰ ਤੋੜ ਦਿੱਤੇ, ਹਰਿਦੁਆਰ ਦੇ ਮੰਦਰ ਤੋੜ ਦਿੱਤੇ, ਅਯੁੱਧਿਆ ਦੇ ਮੰਦਰ ਤੋੜ ਦਿੱਤੇ ਗਏ। ਇਹਨਾਂ ਨੇ ਸਲਾਹ ਕੀਤੀ ਵੀ ਜਾਣਾ ਕਿੱਥੇ ਹੈ? ਸਾਡੇ ਤੇ ਵੱਡੇ ਵੱਡੇ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ, ਭਗਵਾਨ ਰਾਮ ਦੇ ਜਨਮ ਸਥਾਨ, ਜਾਂ ਹੋਰ ਜਿਹੜੇ ਦੇਵੀ ਦੇਵਤਿਆਂ ਦੇ ਜਨਮ ਸਥਾਨ ਸਨ, ਵੱਡੇ ਮੰਦਰ ਵੀ ਇਹਨਾਂ ਨੇ ਤੋੜ ਕੇ ਮਿੱਟੀ ਵਿੱਚ ਮਿਲਾ ਦਿੱਤੇ। ਹੁਣ ਜਾਣਾ ਕਿੱਥੇ ਹੈ? ਕਿੱਥੇ ਜਾਈਏ? ਕਿਹਦੇ ਅੱਗੇ ਪੁਕਾਰ ਕਰੀਏ? ਸੋਚਾਂ ਵਿੱਚ ਪੈ ਗਏ ਹਨ। ਮਿਲੋ ਚਲੋ ਅੰਮ੍ਰਿਤਸਰ ਥਾਨ। ਇਹਨਾਂ ਨੇ ਆਖਿਆ ਆਪਣੇ ਕੋਲ ਇੱਕੋ ਹੀ ਜਗ੍ਹਾ ਹੈ। ਕਿਹੜੀ ਜਗ੍ਹਾ ਹੈ? ਅੰਮ੍ਰਿਤਸਰ ਥਾਨ ਤੋਂ ਭਾਵ ਹੈ, ਸੋ ਕਹਿਣ ਲੱਗੇ ਅਮਰਨਾਥ ਗੁਫਾ ਕਸ਼ਮੀਰ ਦੇ ਵਿੱਚ ਹੀ ਪੈਂਦੀ ਹੈ। ਸ਼ਿਵ ਜੀ ਦਾ ਇਹ ਸਥਾਨ ਹੈ, ਉੱਥੇ ਸ਼ਿਵ ਜੀ ਦਾ ਸ਼ਿਵਲਿੰਗ ਕਹਿਣ ਲੱਗੇ ਸਥਾਪਿਤ ਹੈ।
12 ਟੋਟਿਆਂ ਦੇ ਵਿੱਚੋਂ ਜਿਹੜੇ 12 ਟੋਟੇ ਹੋਏ ਸ਼ਿਵਲਿੰਗ ਦੇ, ਉਹਨਾਂ 12 ਟੋਟਿਆਂ ਨੂੰ ਵੱਖ-ਵੱਖ ਧਰਤੀ ਦੇ ਉੱਪਰ ਡਿੱਗਿਆ ਗਿਆ, ਡਿੱਗ ਪਏ। ਇੱਕ ਟੋਟਾ ਜਿਹੜਾ ਸੀ, ਇੱਕ ਹਿੱਸਾ, ਉਹ ਉੱਥੇ ਅਮਰਨਾਥ ਜਿੱਥੇ ਗੁਫਾ ਹੈ ਨਾ ਕਸ਼ਮੀਰ ਦੇ ਵਿੱਚ ਬਰਫ਼ ਪੈਂਦੀ ਹੈ, ਉੱਥੇ ਹੈ। ਬੜਾ ਵੱਡਾ ਮੰਦਿਰ ਹੈ, ਉਸ ਦੀ ਬੜੀ ਪੂਜਾ ਹੈ। ਇਹ ਜਿਹੜੇ ਬ੍ਰਾਹਮਣ ਸਨ ਕਹਿਣ ਲੱਗੇ ਵੀ ਆਪਾਂ ਚੱਲੀਏ ਅਮਰਨਾਥ ਗੁਫਾ, ਕਿਉਂਕਿ ਸ਼ਿਵ ਜੀ ਹੱਥ ਵਿੱਚ ਤਰਸੂਲ ਫੜਨ ਵਾਲਾ, ਜੰਗ ਲੜਨ ਵਾਲਾ ਹੈ, ਯੋਧਾ ਹੈ। ਉਹਦੇ ਅੱਗੇ ਪੁਕਾਰ ਕਰੀਏ ਵੀ ਤੂੰ ਕੁਝ ਕਰ, ਤੇਰੇ ਬਿਨਾ ਹੁਣ ਔਰੰਗਜ਼ੇਬ ਨਾਲ ਮੱਥਾ ਨਹੀਂ ਲੱਗ ਸਕਦਾ। ਆਪਾਂ ਸਾਰੇ ਜਣ ਜਾ ਕੇ ਕਸ਼ਮੀਰ ਦੇ ਵਿੱਚ ਅਮਰਨਾਥ ਗੁਫਾ 'ਤੇ ਜਾ ਕੇ ਪੂਜਾ ਕਰੀਏ, ਪਾਠ ਕਰੀਏ, ਮੰਤਰ ਪੜ੍ਹੀਏ, ਅਤੇ ਉੱਥੇ ਜਾ ਕੇ ਇਹ ਪੁਕਾਰ ਕਰੀਏ ਵੀ ਐ ਸ਼ਿਵ ਜੀ ਸਾਡੀ ਬਾਂਹ ਫੜ, ਉਹਦੇ ਤੋਂ ਬਿਨਾ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ। ਦੇਹੋ ਧਰਨਾ ਤਜ ਖਾਨ ਰੂਪਾਨ। ਉੱਥੇ ਜਾ ਕੇ ਆਪਾਂ ਧਰਨਾ ਦਈਏ। ਧਰਨਾ ਕਿਵੇਂ ਦੇਣਾ? ਨਾ ਉੱਥੇ ਜਾ ਕੇ ਅਸੀਂ ਰੋਟੀ ਖਾਣੀ, ਨਾ ਉੱਥੇ ਜਾ ਕੇ ਪਾਣੀ ਪੀਣਾ। ਅਸੀਂ ਉੱਥੇ ਜਾ ਕੇ ਮੱਥਾ ਟੇਕਾਂਗੇ ਔਰ ਬੇਨਤੀ ਕਰਾਂਗੇ ਵੀ ਜਿੰਨਾ ਚਿਰ ਭਗਵਾਨ ਜੀ ਸਾਡੀ ਮਦਦ ਨਹੀਂ ਨਾ ਕਰਦੇ, ਅਸੀਂ ਰੋਟੀ ਵੀ ਨਹੀਂ ਖਾਣੀ, ਪਾਣੀ ਵੀ ਨਹੀਂ ਪੀਣਾ, ਇੱਥੇ ਮਰ ਜਾਵਾਂਗੇ ਤੇਰੀ ਚੌਖਟ 'ਤੇ ਬੈਠਿਆਂ। ਇੱਥੇ ਮਰਨਾ ਸਾਨੂੰ ਮਨਜ਼ੂਰ ਹੈ, ਤੇਰੇ ਦਰ 'ਤੇ ਮਰਾਂਗੇ, ਪਰ ਤੇਰਾ ਦਰ ਛੱਡ ਕੇ ਹਿੰਦੂਆਂ ਤੋਂ ਮੁਸਲਮਾਨ ਨਹੀਂ ਬਣਾਂਗੇ। ਇਹ ਜਾ ਕੇ ਧਰਨਾ ਦੇਈਏ, ਇਕੱਠੇ ਹੋ ਕੇ ਜਾ ਕੇ ਮੰਤਰ ਪੜ੍ਹੀਏ, ਹੋ ਸਕਦਾ ਸਾਡੀ ਮਦਦ ਹੋ ਜਾਵੇ। ਤਹਿ ਮਰ ਰਹੋ ਕਿ ਰੁਦਰ ਰੁਝਾਵੋ। ਕਹਿਣ ਲੱਗੇ ਵੀ ਦੋ ਹੀ ਗੱਲਾਂ ਨੇ, ਇਹਨਾਂ ਬ੍ਰਾਹਮਣਾਂ ਨੇ ਸਲਾਹ ਕੀਤੀ ਹੈ, ਜਾਂ ਤੇ ਆਪਾਂ ਮਰ ਜਾਵਾਂਗੇ ਅਮਰਨਾਥ ਗੁਫਾ ਦੇ ਸਾਹਮਣੇ ਮੰਤਰ ਪੜ੍ਹਦੇ ਹਾਂ, ਤੇ ਜਾਂ ਸਾਡੀ ਤਪੱਸਿਆ ਵੇਖ ਕੇ, ਸਾਡਾ ਹੱਠ ਵੇਖ ਕੇ, ਸਾਡੀ ਬੰਦਗੀ ਵੇਖ ਕੇ ਹੋ ਸਕਦਾ ਸ਼ਿਵ ਜੀ ਸਾਡੇ 'ਤੇ ਖੁਸ਼ ਹੋ ਜਾਵੇ। ਜੇ ਸ਼ਿਵ ਜੀ ਖੁਸ਼ ਹੋ ਗਿਆ ਤੇ ਸਾਡਾ ਧਰਮ ਬਚ ਜਾਏਗਾ, ਨਹੀਂ ਅਸੀਂ ਉਹਨੂੰ ਖੁਸ਼ ਕਰ ਪਾਏ ਤੇ ਫਿਰ ਅਸੀਂ ਮਰ ਜਾਵਾਂਗੇ। ਦੋ ਗੱਲਾਂ ਵਿੱਚ ਇਹ ਕੰਮ ਤੇ ਜ਼ਰੂਰ ਹੋਣਾ ਹੈ। ਰੱਖੈ ਧਰਮ ਹਿੰਦੂ ਬਰ ਪਾਵੋ। ਤੇ ਫਿਰ ਜੇ ਉਹਨੇ ਸਾਨੂੰ ਵਰ ਦਿੱਤਾ ਖੁਸ਼ ਹੋ ਕੇ ਵੀ ਜਾਓ ਭਾਈ ਆਪੋ ਆਪਣੇ ਘਰਾਂ 'ਚ, ਤੁਹਾਡਾ ਧਰਮ ਕੋਈ ਨਹੀਂ ਵਿਗਾੜ ਸਕੇਗਾ, ਤੁਹਾਨੂੰ ਕੁਝ ਨਹੀਂ ਕੁਝ ਆਖੇਗਾ, ਤੁਸੀਂ ਬਚ ਜਾਓਗੇ। ਜੇ ਤੇ ਭੋਲੇਨਾਥ ਨੇ ਵਰ ਦੇ ਦਿੱਤਾ ਤੇ ਫਿਰ ਤੇ ਧਰਮ ਜਾਏਗਾ ਬਾਅਦ 'ਚ, ਪਰ ਵਰ ਮਿਲਣਾ ਹੈ ਉਹਨੂੰ ਖੁਸ਼ ਕਰਕੇ। ਚਲੋ ਆਪਾਂ ਉੱਥੇ ਚੱਲ ਕੇ ਉਹਨੂੰ ਯਾਦ ਕਰੀਏ। ਤੁਰਕ ਸੰਗ ਕੀਜੈ ਤਕਰਾਰ। ਹੁਣ ਗੱਲ ਇਹ ਆ ਵੀ ਆ ਜਿਹੜਾ ਸਦਕੇ ਸਾਨੂੰ ਬੈਠਾ ਸੂਬੇਦਾਰ ਸ਼ੇਰ ਅਫਗਾਨ, ਇਹਨੂੰ ਹੁਣ ਕੀ ਆਖੀਏ? ਤੇ ਸਿਆਣੇ ਬ੍ਰਾਹਮਣਾਂ ਨੇ ਆਖਿਆ ਵੀ ਇਹਦੇ ਨਾਲ ਕਰਾਰਨਾਮਾ ਕਰੋ, ਕਾਗਜ਼ ਤੇ ਲਿਖ ਕੇ ਕਰਾਰ ਕਰ ਲਓ ਵੀ ਸਾਨੂੰ ਇੰਨੇ ਦਿਨਾਂ ਦੀ ਮੋਹਲਤ ਚਾਹੀਦੀ ਹੈ। ਤੇ ਇਹ ਤੇ ਸਾਡਾ ਇੱਕ ਹੱਕ ਵੀ ਬਣਦਾ ਹੈ ਨਾ ਵੀ ਸਾਨੂੰ ਇੱਕ ਅੱਧੀ ਫਰਿਆਦ ਤੇ ਕਿਤੇ ਕਰ ਲੈਣ ਦੇਣ ਨਾ, ਤਾਂ ਹੀ ਗੱਲ ਬਣੇਗੀ। ਇਹਨਾਂ ਨਾਲ ਕਰਾਰਨਾਮਾ ਕਰ ਲਓ ਵੀ ਸਾਨੂੰ ਇੰਨੇ ਦਿਨ ਦੀ ਛੁੱਟੀ ਦੇ ਦਿਓ, ਫਿਰ ਅਸੀਂ ਆਪਣਾ ਫੈਸਲਾ ਦੇਵਾਂਗੇ। ਇਹਦੇ ਨਾਲ ਕਰਾਰ ਕਰ ਲੈਣਾ ਕਰੀਏ। ਇੱਕ ਦੋਏ ਮਾਸਨ ਕੋ ਧ੍ਰਿਤ ਧਾਰ। ਤੇ ਕਿੰਨੇ ਚਿਰ ਦਾ? 1 ਜਾਂ 2 ਮਹੀਨਿਆਂ ਦੀ ਗੱਲ ਕਰੀਏ। ਹੁਣ ਜਾਂਦਿਆਂ ਸ਼ਿਵ ਜੀ ਨੇ ਖੁਸ਼ ਨਹੀਂ ਹੋ ਜਾਣਾ ਵੀ ਤੁਸੀਂ ਆ ਗਏ, ਚੰਗਾ ਕੀਤਾ। ਉੱਥੇ ਵੀ ਜਾ ਕੇ ਸਾਨੂੰ ਤਪ ਕਰਨਾ ਪੈਣਾ, ਭੁੱਖੇ ਪਿਆਸੇ ਰਹਿਣਾ ਪੈਣਾ, ਕਈਆਂ ਨੂੰ ਜਾਨ ਦੀ ਬਲੀ ਦੇਣੀ ਵੀ ਪੈਣੀ ਹੈ। ਇਸ ਕਰਕੇ ਇੱਕ ਅੱਧੇ ਦਿਨ ਦੀ ਗੱਲ ਨਹੀਂ, 1-2 ਮਹੀਨਿਆਂ ਦੀ ਛੁੱਟੀ ਲੈ ਲਈਏ ਇਹਨਾਂ ਕੋਲੋਂ ਵੀ 2 ਮਹੀਨਿਆਂ ਦਾ ਟਾਈਮ ਦੇ ਦਿਓ। 2 ਮਹੀਨੇ ਸਾਨੂੰ ਮਾਰੋ ਨਾ, ਵੱਢੋ ਨਾ, ਸਾਨੂੰ ਕੁਝ ਨਾ ਆਖੋ। 2 ਮਹੀਨੇ ਦਾ ਸਮਾਂ ਇਹਨਾਂ ਕੋਲੋਂ ਲੈ ਲੈਣਾ ਕਰੋ। ਆਸ ਮਸਲਤ ਕਰ ਪਹੁੰਚੇ ਜਾਏ। ਕਹਿਣ ਲੱਗੇ ਇਹਨਾਂ ਸਾਰੇ ਬ੍ਰਾਹਮਣਾਂ ਨੇ ਸਲਾਹ ਕਰਕੇ ਨਾ, ਕਸ਼ਮੀਰ ਦਿਆਂ ਨੇ, ਕਹਿੰਦੇ ਚਲੋ ਫਿਰ ਸ਼ੇਰ ਅਫਗਾਨ ਦੇ ਕੋਲ ਚੱਲੀਏ, ਉਹਨੂੰ ਜਾ ਕੇ ਆਖੀਏ ਵੀ ਅਸੀਂ ਆਹ ਸਲਾਹ ਕੀਤੀ ਹੈ। ਜਹਾਂ ਸੂਬਾ ਨਰ ਸਮੁਦਾਇ। ਕਹਿਣ ਲੱਗੇ ਵੀ ਸੂਬਾ ਬੈਠਾ ਸੀ